ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 15 ਸਤੰਬਰ ਹੈ ਤੇ ਦਿਨ ਬੁੱਧਵਾਰ ਹੈ। ਅੱਜ ਦੇ ਦਿਨ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅੱਜ ਸੰਸਦ ਟੀਵੀ ਲਾਂਚ ਕਰਨਗੇ। दरअसल सरकार ਦੇ ਵੱਲੋਂ ਰਾਜ ਸਭਾ ਅਤੇ ਲੋਕ ਸਭਾ ਟੀਵੀ ਦਾ ਰਲੇਵਾਂ ਜਿਹੜਾ ਉਹ ਕੀਤਾ ਜਾਣਾ ਹੈ। ਰਲੇਵੇਂ ਤੋਂ ਬਾਅਦ ਇਹ ਨਵਾਂ ਟੀਵੀ ਬਣਾਇਆ ਗਿਆ ਜਿਸ ਦਾ ਨਾਮ ਸੰਸਦ ਟੀਵੀ ਹੈ ਤੇ ਇਸ ਨੂੰ ਸਰਕਾਰ ਹੀ ਚਲਾਏਗੀ। ਸਰਕਾਰ ਦੇ ਵੱਡੇ ਮੰਤਰੀ ਇਸ ਤੇ ਚਰਚਾ ਕਰਿਆ ਕਰਨਗੇ। ਇੱਕ ਹੋਰ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁੰਬਈ ਦੀ ਇੱਕ ਅਦਾਲਤ ਨੇ ਲੇਖਕ ਜਾਵੇਦ ਅਖਤਰ ਦੇ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਮੁਕੱਦਮੇ ਦੇ ਵਿੱਚ ਕੰਗਣਾ ਰਣੌਤ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇਣ ਦੀ ਅਪੀਲ ਮਨਜ਼ੂਰ ਕਰ ਲਈ ਹੈ, ਪਰ ਇਹ ਕਿਹਾ ਹੈ ਕਿ ਜੇ ਉਹ ਸੁਣਵਾਈ ਦੀ ਅਗਲੀ ਤਰੀਕ 20 ਸਤੰਬਰ ਨੂੰ ਪੇਸ਼ ਨਾ ਹੋਈ ਅਦਾਲਤ ਦੇ ਵਿੱਚ ਤਾਂ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਜਾਏਗਾ। 20 ਨੂੰ ਹੁਣ ਜਿਹੜਾ ਹੈਗਾ ਕੰਗਣਾ ਨੂੰ ਜ਼ਰੂਰ ਅਦਾਲਤ ਦੇ ਵਿੱਚ ਪੇਸ਼ ਹੋਣਾ ਹੀ ਪਵੇਗਾ। ਪੰਜਾਬ ਦੇ ਵਿੱਚ ਅੱਜ ਸਾਰੀਆਂ ਸਰਕਾਰੀ ਬੱਸਾਂ ਚੱਲਣਗੀਆਂ ਕਿਉਂਕਿ ਕੱਲ ਕੱਚੇ ਕਾਮੇ ਨੇ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਤਨਖਾਹਾਂ ਵਧਾਉਣ ਦਾ ਭਰੋਸਾ ਦੇ ਦਿੱਤਾ ਹੈ। ਕੱਲ ਵੀ ਕੁਝ ਕੁ ਬੱਸਾਂ ਚੱਲ ਪਈਆਂ ਸੀ ਤੇ ਅੱਜ ਤੋਂ ਪਹਿਲਾਂ ਦੀ ਤਰ੍ਹਾਂ ਬੱਸਾਂ ਚੱਲਣਗੀਆਂ। ਜੇ ਪੀਆਰਟੀਸੀ ਦੀ ਗੱਲ ਕਰ ਲਈਏ ਤਾਂ ਪੀਆਰਟੀਸੀ ਨੂੰ ਇੰਨੇ ਦਿਨਾਂ ਦੇ ਵਿੱਚ 11 ਕਰੋੜ ਦਾ ਘਾਟਾ ਪਿਆ ਹੈ ਕਿਉਂਕਿ 2-2.5 ਹਜ਼ਾਰ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਹੜਤਾਲ ਦੇ ਵਿੱਚ ਸ਼ਾਮਲ ਸਨ। ਕਿਸਾਨੀ ਸੰਘਰਸ਼ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਤਕਲੀਫ ਹੋਈ ਹੈ ਅਤੇ ਪੰਜਾਬ ਨੂੰ ਛੱਡ ਕੇ 4 ਸੂਬਿਆਂ ਨੂੰ ਨੋਟਿਸ ਭੇਜਿਆ ਹੈ ਕਿ ਆਵਾਜਾਈ ਦੇ ਵਿੱਚ ਵਿਘਨ ਪੈ ਰਿਹਾ ਹੈ ਤੇ ਆਮ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੋ ਰਹੇ ਨੇ। ਕਹਿੰਦੇ ਕਿਸਾਨਾਂ ਦੇ ਸੰਘਰਸ਼ ਕਰਕੇ 9000 ਤੋਂ ਵੱਧ ਕੰਪਨੀਆਂ ਵੀ ਪ੍ਰਭਾਵਿਤ ਹੋ ਰਹੀਆਂ ਨੇ। ਅੰਦੋਲਨ ਵਾਲੀਆਂ ਥਾਵਾਂ ਤੇ ਕੋਵਿਡ ਦੇ ਨਿਯਮਾਂ ਦੀ ਵੀ ਕਹਿੰਦੇ ਉਲੰਘਣਾ ਹੋ ਰਹੀ ਹੈ। ਕਿਸਾਨ ਲੀਡਰਾਂ ਨੇ ਇਸ ਦਾ ਜਿਹੜਾ ਜਵਾਬ ਦਿੱਤਾ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਜਿਹੜਾ ਹੈਗਾ ਕੱਲ ਸਿੰਘੂ ਬਾਰਡਰ ਤੇ ਪ੍ਰਸ਼ਾਸਨ ਦੇ ਨਾਲ ਬੈਠਕ ਕੀਤੀ ਸੀ। ਇਹਦੇ ਵਿੱਚ ਸੁਪਰੀਮ ਕੋਰਟ ਵਿੱਚ ਮੋਰਚਿਆਂ ਦੀ ਰਾਹ ਖੋਲ੍ਹਣ ਬਾਰੇ ਚੱਲ ਰਹੀ ਸੁਣਵਾਈ ਦੇ ਜਵਾਬ ਬਾਰੇ ਵੀ ਚਰਚਾ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਅਸੀਂ ਰਾਹ ਨਹੀਂ ਡੱਕਿਆ, ਸਗੋਂ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਸਮੇਤ ਟਿੱਕਰੀ ਤੇ ਗਾਜ਼ੀਪੁਰ ਬਾਰਡਰਾਂ ਤੇ ਪੱਕੇ ਬੰਦੋਬਸਤ ਕਰਕੇ ਰਾਹ ਪੱਕੇ ਤੌਰ ਤੇ ਬੰਦ ਕੀਤੇ ਹੋਏ ਨੇ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਖਿਲਾਫ ਵੱਡੀ ਸਾਜ਼ਿਸ਼ ਹੈ, ਜਦਕਿ ਮੋਰਚੇ ਦੇ ਵਿੱਚੋਂ ਐਂਬੂਲੈਂਸਾਂ ਤੇ ਹੋਰ ਲੋਕਾਂ ਦੇ ਲਈ ਆਉਣ ਜਾਣ ਦਾ ਰਾਹ ਦਿੱਤਾ ਹੋਇਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਮੋਰਚੇ ਖਤਮ ਕਰਨ ਦਾ ਬਿਆਨ ਦਿੱਤਾ ਸੀ, ਉਸ ਦੇ ਖਿਲਾਫ ਕੱਲ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਰੋਹ ਪ੍ਰਗਟਾਇਆ ਕਿਉਂਕਿ ਜਿੱਥੇ-ਜਿੱਥੇ ਧਰਨੇ ਚੱਲ ਰਹੇ ਨੇ ਉੱਥੇ ਕੈਪਟਨ ਦੇ ਖਿਲਾਫ ਭੜਾਸ ਕੱਢੀ ਗਈ। ਪਰ ਕੱਲ ਸ਼ਾਮ ਨੂੰ ਹੀ ਮੁੱਖ ਮੰਤਰੀ ਨੇ ਆਪਣੇ ਬਿਆਨ ਤੇ ਸਫਾਈ ਦਿੱਤੀ। ਕਹਿੰਦੇ ਮੇਰੀ ਅਪੀਲ ਨੂੰ ਗਲਤ ਰੰਗਤ ਦਿੱਤੀ ਗਈ ਜਦਕਿ ਅਸੀਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ। ਕੈਪਟਨ ਸਰਕਾਰ ਨੇ ਬਹਾਦਰੀ ਪੁਰਸਕਾਰ ਜੇਤੂਆਂ ਨੂੰ ਇੱਕ ਵੱਡਾ ਤੋਹਫਾ ਦਿੰਦਿਆਂ ਭੱਤੇ ਦੇ ਵਿੱਚ ਜਿਹੜਾ ਮਹੀਨਾਵਾਰ ਭੱਤਾ ਮਿਲਦਾ ਉਹਦੇ ਵਿੱਚ 80% ਦਾ ਵਾਧਾ ਕਰ ਦਿੱਤਾ। ਖਬਰ ਵਿਸਥਾਰ ਦੇ ਵਿੱਚ ਦੱਸਾਂਗੇ ਕਿੰਨਾ ਵਾਧਾ ਕਰ ਦਿੱਤਾ ਗਿਆ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੱਲ ਜਲਿਆਂਵਾਲਾ ਬਾਗ ਦੀ ਦਿੱਖ ਬਦਲਣ ਦੇ ਖਿਲਾਫ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਪੁਲਿਸ ਨੇ ਬੈਰੀਕੇਡ ਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ ਤਾਂ ਉਹਨਾਂ ਨੇ ਉੱਥੇ ਹੀ ਧਰਨਾ ਲਾ ਦਿੱਤਾ। ਜਲਿਆਂਵਾਲੇ ਬਾਗ ਦੀ ਪੁਰਾਣੀ ਦਿੱਖ ਬਹਾਲ ਕਰਨ ਦੀ ਮੰਗ ਕੀਤੀ ਗਈ। ਵਿਧਾਨ ਸਭਾ ਦੀ ਖਾਸ ਕਮੇਟੀ ਜਿਹੜੀ ਬਣਾਈ ਗਈ ਸੀ ਉਸਨੇ ਪੰਜਾਬ ਦੇ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਸੰਕਟ ਨੂੰ ਲੈ ਕੇ ਰਿਪੋਰਟ ਹੈ ਸਪੀਕਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਦੇ ਵਿੱਚ ਕੀ ਲਿਖਿਆ ਵਿਸਥਾਰ 'ਚ ਦੱਸਾਂਗੇ। ਮਹਿਲ ਕਲਾਂ ਤੋਂ ਖਬਰ ਹੈ ਜਿੱਥੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਰਪੰਚਾਂ ਅਤੇ ਪੰਚਾਂ ਦਾ ਪਿੰਡ ਵਾਸੀਆਂ ਨੇ ਬਾਈਕਾਟ ਕਰ ਦਿੱਤਾ। ਪਿਛਲੇ ਦਿਨੀ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਰਪੰਚ ਬੂਟਾ ਸਿੰਘ ਤੇ 3 ਪੰਚਾਂ ਦੇ ਬਾਈਕਾਟ ਦਾ ਐਲਾਨ ਕਰਕੇ ਪੰਚਾਇਤ ਘਰ ਨੂੰ ਪਿੰਡ ਵਾਸੀਆਂ ਨੇ ਜਿੰਦਾ ਲਾ ਦਿੱਤਾ। ਪਿੰਡ ਵਾਸੀਆਂ ਨੇ ਬੂਟਾ ਸਿੰਘ ਦੀ ਸਰਪੰਚੀ ਨੂੰ ਵੀ ਰੱਦ ਕਰਕੇ ਬਾਕੀ ਦੇ 6 ਪੰਚਾਂ ਵਿੱਚੋਂ ਕਿਸੇ ਨੂੰ ਅਧਿਕਾਰਿਤ ਸਰਪੰਚ ਚੁਣਨ ਦੀ ਮੰਗ ਕੀਤੀ ਹੈ। ਸੁਮੇਧ ਸੈਣੀ ਨੂੰ ਤਾਂ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਸੁਰੱਖਿਆ ਕਵਚ ਦੇ ਦਿੱਤਾ ਤੇ ਹੁਣ ਕੇਂਦਰ ਸਰਕਾਰ ਨੇ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਫਸੇ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਸੁਰੱਖਿਆ ਦੇਣ ਦੀ ਸਿਫਾਰਿਸ਼ ਕੀਤੀ ਹੈ। ਉਮਰਾ ਨੰਗਲ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਤੇ ਉਮਰਾ ਨੰਗਲ ਦੀ ਅਪੀਲ ਦੇ ਉੱਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਨਾਲ ਗ੍ਰਹਿ ਮੰਤਰਾਲੇ ਨੇ ਮਾਮਲਾ ਵਿਚਾਰਿਆ ਤੇ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਕਾਲੇ ਦੌਰ ਦੌਰਾਨ ਉਮਰਾ ਨੰਗਲ ਦਾ ਪਰਿਵਾਰ ਖਾੜਕੂਆਂ ਦੇ ਨਿਸ਼ਾਨੇ ਤੇ ਸੀ। ਉਮਰਾ ਨੰਗਲ ਦੇ ਪਿਓ ਨੂੰ ਵੀ 1987 ਦੇ ਵਿੱਚ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਖਾੜਕੂਆਂ ਨੇ ਮਾਰ ਦਿੱਤਾ ਸੀ। 1988 ਵਿੱਚ ਉਮਰਾ ਨੰਗਲ ਦੇ ਜੱਦੀ ਘਰ ਤੇ ਵੀ ਹਮਲਾ ਹੋਇਆ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਮੁੱਖ ਦੋਸ਼ੀ ਹੋਣ ਕਰਕੇ ਉਮਰਾ ਨੰਗਲ ਨੂੰ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਗਰਮ ਖਿਆਲੀ ਸਿੱਖਾਂ ਤੋਂ ਖਤਰਾ ਹੈ। ਇਸ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਕਿਹਾ ਕਿ ਪਰਮਰਾਜ ਸਿੰਘ ਉਮਰਾ ਨੰਗਲ ਤੇ ਉਸਦੇ ਪਰਿਵਾਰ ਨੂੰ ਖਤਰੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਢੁਕਵੀਂ ਸੁਰੱਖਿਆ ਦਿੱਤੀ ਜਾਵੇ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਉੱਤੇ ਜਲਾਲਾਬਾਦ ਦੇ ਵਿੱਚ 2 ਫਰਵਰੀ ਨੂੰ ਹੋਏ ਹਮਲੇ ਦੇ ਮਾਮਲੇ ਦੀ ਵੀ ਰਿਪੋਰਟ ਮੰਗ ਲਈ ਹੈ। ਭਾਰਤ ਵਾਸੀਆਂ ਤੇ ਇੱਕ ਹੋਰ ਵੱਡੀ ਗਾਜ ਡਿੱਗ ਸਕਦੀ ਹੈ ਕਿਉਂਕਿ GST ਕੌਂਸਲ
ਸ਼ੁੱਕਰਵਾਰ ਨੂੰ ਪੈਟਰੋਲ, ਡੀਜ਼ਲ ਤੇ ਹੋਰ ਪੈਟਰੋਲੀਅਮ ਪਦਾਰਥਾਂ ਨੂੰ GST ਦੇ ਘੇਰੇ ਵਿੱਚ ਲਿਆਉਣ ਬਾਰੇ ਵਿਚਾਰ ਕਰ ਸਕਦੀ ਹੈ। ਯਾਨੀ ਕਿ ਪੈਟਰੋਲ ਤੇ ਡੀਜ਼ਲ ਤੇ ਵੀ GST ਦੇਣਾ ਹੋਏਗਾ ਤੇ ਅਜਿਹਾ ਕਰਨ ਦੇ ਨਾਲ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਮਾਲੀਏ ਤੇ ਵੱਡਾ ਸਮਝੌਤਾ ਕਰਨਾ ਪਵੇਗਾ। ਦੋਵੇਂ ਸਰਕਾਰਾਂ ਨੂੰ ਇਹਨਾਂ ਉਤਪਾਦਾਂ ਦੇ ਜ਼ਰੀਏ ਟੈਕਸ ਦੇ ਰੂਪ ਵਿੱਚ ਵੱਡਾ ਮਾਲੀਆ ਹਾਸਲ ਹੁੰਦਾ ਹੈ। ਸਿੰਘੂ ਬਾਰਡਰ ਦੀ ਸਟੇਜ ਤੋਂ ਕੱਲ ਬਲਵੀਰ ਸਿੰਘ ਰਾਜੇਵਾਲ ਨੇ ਮੁੜ ਵਰਜਿਆ ਹੈ। ਕਿਹਾ ਹੈ ਕਿ ਰੈਲੀਆਂ ਪੰਜਾਬ ਦੇ ਵਿੱਚ ਹਲੇ ਵੀ ਸਿਆਸੀ ਲੀਡਰ ਕਰ ਰਹੇ ਨੇ, ਖਾਸ ਕਰਕੇ ਕਾਂਗਰਸ ਦਾ ਨਾਮ ਲਿਆ। ਕਹਿੰਦੇ ਅਸੀਂ ਅਪੀਲ ਕੀਤੀ ਸੀ, ਫਿਰ ਵੀ ਕਾਂਗਰਸ ਰੈਲੀਆਂ ਕਰ ਰਹੀ ਹੈ ਤੇ ਰਾਜੇਵਾਲ ਨੇ ਵੀ ਸਪਸ਼ਟ ਕਰ ਦਿੱਤਾ ਕਿ ਅਸੀਂ ਵਿਰੋਧ ਕਰਦੇ ਰਹਾਂਗੇ। ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਦੀਆਂ ਰੈਲੀਆਂ ਦੇ ਉੱਤੇ ਇਤਰਾਜ਼ ਪ੍ਰਗਟਾਇਆ ਹੈ। ਅਮਨ ਅਰੋੜਾ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੈਪਟਨ ਨੂੰ ਸਿਆਸੀ ਸਮਾਗਮ ਦੀ ਇਜਾਜ਼ਤ ਦੂਸਰੀਆਂ ਪਾਰਟੀਆਂ ਦੇ ਨਾਲ ਬੇਇਨਸਾਫੀ ਹੈ। ਯਾਨੀ ਕਿ ਅਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਨੂੰ ਇਜਾਜ਼ਤ ਦਿੱਤੀ ਗਈ ਹੈ, ਬਾਕੀਆਂ ਪਾਰਟੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਇਆ ਹੈ ਕਾਂਗਰਸ ਤੇ ਕਿ ਕਾਂਗਰਸ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ। ਮਜੀਠੀਆ ਨੇ ਸਿੱਧਾ ਮੁੱਖ ਮੰਤਰੀ ਕੈਪਟਨ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਵੱਲੋਂ ਇਹ ਦਾਅਵਾ ਕਰਨਾ ਕਿ ਕਿਸਾਨ ਅੰਦੋਲਨ ਸਾਡੇ ਸਹਿਯੋਗ ਸਦਕਾ ਹੀ ਸਫਲਤਾ ਨਾਲ ਚੱਲ ਰਿਹਾ ਹੈ, ਇਹ ਅੰਦੋਲਨ ਦਾ ਨਿਰਾਦਰ ਕਰਨ ਦੇ ਬਰਾਬਰ ਹੈ। ਤੇ ਸੁਖਬੀਰ ਬਾਦਲ ਨੇ ਮੁੜ ਤੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ 17 ਸਤੰਬਰ ਨੂੰ ਅਸੀਂ ਕਾਲੇ ਦਿਵਸ ਦੇ ਵਜੋਂ ਮਨਾ ਰਹੇ ਹਾਂ, ਕਿਉਂਕਿ ਇਸ ਦਿਨ ਪੂਰਾ 1 ਸਾਲ ਹੋ ਜਾਏਗਾ ਖੇਤੀ ਕਾਨੂੰਨਾਂ ਨੂੰ ਸੰਸਦ ਦੇ ਵਿੱਚ ਪਾਸ ਹੋਇਆਂ ਨੂੰ। ਤੇ ਇਸ ਦਿਨ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਅਕਾਲੀਆਂ ਦੇ ਵੱਲੋਂ ਮਾਰਚ ਕੱਢਿਆ ਜਾਏਗਾ। ਸਿੰਘੂ ਬਾਰਡਰ ਤੋਂ ਇੱਕ ਬੜੀ ਹੈਰਾਨ ਕਰਨ ਵਾਲੀ ਖਬਰ ਆਈ ਹੈ ਕਿ ਦਿੱਲੀ ਵਿੱਚ ਕਿਸਾਨ ਟਰੈਕਟਰ ਪਰੇਡ ਦੇ ਵਿੱਚ ਸ਼ਹੀਦ ਹੋਏ ਨਵਰੀਤ ਸਿੰਘ ਦੇ ਮਾਤਾ-ਪਿਤਾ ਨੇ ਕੱਲ ਸਿੰਘੂ ਮੋਰਚੇ ਵਿੱਚ ਸ਼ਿਰਕਤ ਕੀਤੀ ਅਤੇ ਨਵਰੀਤ ਦੇ ਦਾਦਾ ਹਰਦੀਪ ਸਿੰਘ ਡਿਬਡਬਾ ਤੇ ਗੰਭੀਰ ਦੋਸ਼ ਲਾਏ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਵਰੀਤ ਦੇ ਦਾਦਾ ਹਰਦੀਪ ਸਿੰਘ ਡਿਬਡਬਾ ਨੇ ਜਿਹੜੇ ਉਹ ਮੋਰਚੇ ਨੂੰ ਢਾਹ ਲਾ ਰਹੇ ਨੇ। ਡਿਬਡਬਾ ਦੇ ਪੁੱਤਰ ਵਿਕਰਮਜੀਤ ਸਿੰਘ ਹੁੰਦਲ ਨੇ ਕਿਹਾ ਕਿ ਮੇਰਾ ਪਿਤਾ ਡਿਬਡਬਾ 1994 ਤੋਂ ਹੀ ਪਰਿਵਾਰ ਤੋਂ ਵੱਖ ਰਹਿੰਦਾ ਹੈ। ਜੋ ਵਿਅਕਤੀ ਆਪਣੇ ਪਰਿਵਾਰ ਨਾਲ ਨਹੀਂ ਰਹਿ ਸਕਦਾ ਉਹ ਕਿਸਾਨ ਮੋਰਚੇ ਦੇ ਨਾਲ ਕਿਵੇਂ ਹੋ ਸਕਦਾ ਹੈ। ਨੂੰਹ ਪੁੱਤ ਨੇ ਡਿਬਡਬਾ ਨੂੰ ਕਿਸਾਨ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਦੱਸਿਆ। ਬੜੀ ਹੈਰਾਨੀ ਦੀ ਗੱਲ ਹੈ। ਤੇ ਜੇ ਹਰਦੀਪ ਸਿੰਘ ਡਿਬਡਬਾ ਦੀ ਹੁਣ ਤੱਕ ਦੀ ਉਹਨਾਂ ਦੀ ਜਿਹੜੀ ਸਰਗਰਮੀ ਨੂੰ ਦੇਖ ਲਈਏ ਤਾਂ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਹਮੇਸ਼ਾ ਕਿਸਾਨ ਲੀਡਰਾਂ ਨੂੰ, ਕਿਸਾਨ ਮੋਰਚੇ ਨੂੰ ਇੱਕ ਹੋਣ ਦਾ ਸੰਦੇਸ਼ ਦਿੰਦੇ ਰਹੇ ਨੇ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਅਜਿਹੀ ਕੋਈ ਗੱਲ ਹੈ ਜਿਹੜੀ ਉਹ ਨਹੀਂ ਸੁਣਾਈ ਦਿੱਤੀ ਜਿਸ ਦੇ ਨਾਲ ਮੋਰਚੇ ਨੂੰ ਢਾਹ ਲੱਗਦੀ ਹੋਵੇ। ਹੋ ਸਕਦਾ ਹੈ ਇਸ ਦੇ ਪਿੱਛੇ ਕੀ ਹੈ, ਕਿਉਂ ਇਹ ਬਿਆਨ ਦਿੱਤਾ ਗਿਆ ਹੈ, ਇਸ ਦੇ ਪਿੱਛੇ ਵੀ ਕਈ ਕਾਰਨ ਹੋ ਸਕਦੇ ਨੇ। ਬੀਜੇਪੀ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਲੂ ਨੇ ਕਿਸਾਨਾਂ ਨੂੰ ਡਾਂਗਾ ਮਾਰ ਕੇ ਭਜਾਉਣ ਦਾ ਜਿਹੜਾ ਬਿਆਨ ਦਿੱਤਾ ਹੈ ਉਸ ਦੀ ਚਾਰ ਚੁਫੇਰੇ ਨਿਖੇਧੀ ਹੋ ਰਹੀ ਹੈ ਅਤੇ ਅਕਾਲੀ ਦਲ ਨੇ ਵੀ ਇਸ ਬਿਆਨ ਦੀ ਨਿਖੇਧੀ ਕੀਤੀ ਹੈ। ਬੀਜੇਪੀ ਦੇ ਆਪਣੇ ਹੀ ਲੀਡਰ ਸੁਰਜੀਤ ਕੁਮਾਰ ਜਾਣੀ ਨੇ ਵੀ ਕਿਹਾ ਹੈ ਕਿ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਲੁਧਿਆਣਾ ਵਿੱਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ ਦੇ ਇੰਤਕਾਲ ਤੋਂ ਬਾਅਦ ਕੱਲ ਇੱਕ ਸਮਾਗਮ ਕਰਵਾਇਆ ਗਿਆ ਅਤੇ ਸ਼ਾਹੀ ਇਮਾਮ ਦੀ ਵਸੀਅਤ ਦੇ ਮੁਤਾਬਿਕ ਉਹਨਾਂ ਦੇ ਵੱਡੇ ਪੁੱਤਰ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਦਸਤਾਰਬੰਦੀ ਕੀਤੀ ਗਈ ਤੇ ਉਹਨਾਂ ਨੂੰ ਹੁਣ ਪੰਜਾਬ ਦੇ ਨਵੇਂ ਸ਼ਾਹੀ ਇਮਾਮ ਬਣਾ ਦਿੱਤਾ ਗਿਆ। ਸਾਉਣੀ ਦੀ ਫਸਲ ਨੂੰ ਲੈ ਕੇ ਵੱਡੀ ਖਬਰ ਹੈ ਕਿ ਮੋਦੀ ਸਰਕਾਰ ਨੇ ਜਿਹੜੀ ਸਖਤੀ ਕੀਤੀ ਹੈ ਉਹ ਝੋਨੇ ਦੀ ਖਰੀਦ ਦੇ ਰਾਹ ਵਿੱਚ ਵੱਡਾ ਅੜਿੱਕਾ ਬਣੇਗੀ ਕੈਪਟਨ ਸਰਕਾਰ ਦੇ ਲਈ। ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਖਰੀਦ ਸੀਜ਼ਨ ਹੈ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੋਨੇ ਦੀ ਖਰੀਦ ਵਿੱਚ ਕੋਈ ਵੀ ਵਿਘਨ ਕਿਸਾਨਾਂ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਫਸਲ ਦੀ ਖਰੀਦ ਦੇ ਲਈ ਮਾਪਦੰਡ ਹੋਰ ਸਖਤ ਕਰ ਦਿੱਤੇ ਗਏ ਨੇ। ਪਹਿਲੀ ਵਾਰੀ ਫਸਲ ਦੀ ਖਰੀਦ ਲਈ ਜਿਣਸਾਂ ਦਾ ਜ਼ਮੀਨੀ ਰਿਕਾਰਡ ਅਪਲੋਡ ਕੀਤਾ ਜਾਏਗਾ ਜਿਸ ਦੇ ਲਈ ਪੰਜਾਬ ਮੰਡੀ ਬੋਰਡ ਹੁਣ ਸਰਗਰਮ ਹੋ ਗਿਆ, ਜਦਕਿ ਦੂਸਰੇ ਪਾਸੇ ਕਿਸਾਨਾਂ ਨੇ ਵੀ ਕਹਿ ਦਿੱਤਾ ਹੈ ਕਿ ਫਰਦਾਂ ਅਪਲੋਡ ਨਹੀਂ ਕੀਤੀਆਂ ਜਾਣਗੀਆਂ ਤੇ 1 ਅਕਤੂਬਰ ਤੋਂ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਹੋ ਜਾਏਗੀ ਤੇ ਇਸ ਦਰਮਿਆਨ ਸਰਕਾਰ ਕਿਸਾਨਾਂ ਦੀ ਨਾਰਾਜ਼ਗੀ ਹੈ ਜਿਹੜੀ ਉਹ ਮੁੱਲ ਲੈ ਸਕਦੀ ਹੈ ਕਿਉਂਕਿ ਪੰਜਾਬ ਮੰਡੀ ਬੋਰਡ ਸਰਗਰਮ ਹੋ ਗਿਆ ਕਿ ਜ਼ਮੀਨੀ ਰਿਕਾਰਡ ਹੈ ਜਿਹੜਾ ਉਹ ਅਪਲੋਡ ਕੀਤਾ ਹੀ ਜਾਵੇਗਾ। ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਪੂਰਾ ਕਰਨ ਦੇ ਦਾਅਵੇ ਕਰਦੀ ਕੈਪਟਨ ਸਰਕਾਰ ਦੇ ਵੱਲੋਂ ਰੁਜ਼ਗਾਰ ਮੇਲੇ ਲਾਏ ਜਾ ਰਹੇ ਨੇ। ਹਾਲਾਂਕਿ ਇਹਨਾਂ ਮੇਲਿਆਂ ਦੀ ਹਕੀਕਤ ਕੀ ਹੈ ਕਈ ਵਾਰੀ ਸਾਹਮਣੇ ਆ ਚੁੱਕੀ ਹੈ। ਮੋਗਾ ਦੇ ਰੁਜ਼ਗਾਰ ਮੇਲੇ ਤੋਂ ਖਬਰ ਹੈ ਕਿ ਇੱਥੇ ਸਿਖਲਾਈ ਕੋਰਸ ਦੇ ਨਾਂ ਤੇ 5-5000 ਰੁਪਏ ਮੰਗੇ ਗਏ। ਬਾਗਾ ਪੁਰਾਣਾ BDPO ਦਫ਼ਤਰ ਦੇ ਵਿੱਚ ਲਾਇਆ ਗਿਆ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਦੇ ਲਈ ਮਜ਼ਾਕ ਸਾਬਿਤ ਹੋਇਆ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 16 ਕੰਪਨੀਆਂ ਦੀ ਸੂਚੀ ਦਾ ਬੋਰਡ ਲਾਇਆ ਗਿਆ ਸੀ ਪਰ ਬੇਰੁਜ਼ਗਾਰਾਂ ਤੋਂ ਸਿਖਲਾਈ ਕੋਰਸ ਦੇ ਨਾਂ ਤੇ 5-5000 ਰੁਪਏ ਮੰਗੇ ਗਏ। ਰੁਜ਼ਗਾਰ ਮੇਲੇ ਦਾ ਉਦਘਾਟਨ ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤਾ ਸੀ ਤੇ ਵੱਡੀ ਗਿਣਤੀ ਵਿੱਚ ਇੱਥੇ ਨੌਜਵਾਨ ਕੁੜੀਆਂ ਤੇ ਮੁੰਡੇ ਪਹੁੰਚੇ ਪਰ ਅੱਕ ਥੱਕ ਕੇ ਆਪੋ ਆਪਣੇ ਘਰਾਂ ਨੂੰ ਮੁੜ ਗਏ। ਨੌਜਵਾਨਾਂ ਨੇ ਦੱਸਿਆ ਕਿ ਸਾਨੂੰ ਇੱਕ ਕੰਪਨੀ ਨੇ ਕਰੀਬ 15 ਦਿਨ ਦੇ ਸਿਖਲਾਈ
ਸਿਖਲਾਈ ਕੋਰਸ ਅਤੇ ਵਰਦੀ ਦੇ ਖਰਚੇ ਲਈ ਪਹਿਲਾਂ 5000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਤੇ ਅਸੀਂ ਮੌਕੇ ਤੇ ਹੀ ਪੇਸ਼ਕਸ਼ ਠੁਕਰਾ ਦਿੱਤੀ। ਹਾਲਾਂਕਿ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਅਫਸਰ ਪਰਮਿੰਦਰ ਕੌਰ ਨੇ ਦੱਸਿਆ ਕਿ ਮੇਲੇ ਦੇ ਵਿੱਚ 743 ਨੌਜਵਾਨਾਂ ਨੂੰ ਨੌਕਰੀਆਂ ਦੇ ਲਈ ਚੁਣਿਆ ਵੀ ਗਿਆ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਇੱਕ ਹੋਰ ਵੱਡੀ ਖਬਰ ਤੁਹਾਨੂੰ ਅਫਗਾਨਿਸਤਾਨ ਤੋਂ ਦੱਸ ਦਿੰਦੇ ਹਾਂ, ਜਿੱਥੇ ਤਾਲਿਬਾਨ ਲੜਾਕਿਆਂ ਦੇ ਵੱਲੋਂ ਪੰਜਸ਼ੀਰ ਦੇ ਵਿੱਚ 20 ਨਾਗਰਿਕਾਂ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਫਾਂਸੀ ਤੇ ਲਟਕਾ ਕੇ ਗੋਲੀਆਂ ਮਾਰੀਆਂ ਗਈਆਂ ਨੇ। ਪੰਜਸ਼ੀਰ ਘਾਟੀ ਦੇ ਵਿੱਚ ਤਾਲਿਬਾਨ ਦਾ ਨੈਸ਼ਨਲ ਰੈਸਿਸਟੈਂਟ ਫਰੰਟ ਦੇ ਨਾਲ ਯੁੱਧ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ ਤੇ ਇਸ ਲੜਾਈ ਵਿੱਚ ਪੰਜਸ਼ੀਰ 20 ਆਮ ਨਾਗਰਿਕਾਂ ਦਾ ਕਤਲ ਕਰ ਚੁੱਕਿਆ ਹੈ ਤੇ ਮੌਤ ਦੇ ਡਰ ਦੇ ਸਾਏ ਹੇਠ ਹੁਣ ਅਫਗਾਨੀ ਨਾਗਰਿਕ ਮੁਲਕ ਛੱਡਣ ਲੱਗੇ ਨੇ। ਚਮਨ ਸਰਹੱਦ ਦੇ ਉੱਤੇ ਪਾਕਿਸਤਾਨ ਜਾਣ ਵਾਲੇ ਅਫਗਾਨੀ ਨਾਗਰਿਕਾਂ ਦੀ ਭੀੜ ਲੱਗੀ ਹੋਈ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜੋ ਸੋਮਵਾਰ ਨੂੰ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਹੈ ਉਸ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਸਖਤ ਨਿੰਦਿਆ ਕੀਤੀ ਸੀ ਤੇ ਹੁਣ ਉਹਨਾਂ ਨੇ ਨਵਾਂ ਜਿਹੜਾ ਖੁਲਾਸਾ ਕੀਤਾ ਹੈ ਤੇ ਦੱਸਿਆ ਹੈ ਕਿ ਇਸ ਘਟਨਾ ਦੇ ਨਾਲ ਜਿਹੜਾ ਦੋਸ਼ੀ ਜੁੜਿਆ ਹੋਇਆ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਬੇਅਦਬੀ ਦੀ ਘਟਨਾ ਨੂੰ, ਉਸ ਦੋਸ਼ੀ ਦਾ ਜਿਹੜਾ ਪਿਓ ਹੈ ਉਹ ਸੌਦਾ ਸਾਧ ਦਾ ਜਿਹੜਾ ਡੇਰਾ ਹੈ ਸਿਰਸਾ ਵਾਲਾ ਡੇਰਾ ਉਸ ਦੀ ਕਮੇਟੀ ਦਾ ਖਾਸ ਮੈਂਬਰ ਹੈ ਤੇ ਇਹ ਵੀ ਜਿਹੜਾ ਹੈਗਾ ਸੌਦਾ ਸਾਧ ਦਾ ਵੱਡਾ ਚੇਲਾ ਹੈ। ਤੇ ਜਦੋਂ ਇਹ 9 ਵਜੇ ਸਵੇਰੇ ਘਰੋਂ ਨਿਕਲਿਆ ਸੀ ਤਾਂ ਲਗਾਤਾਰ ਫੋਨ ਤੇ ਰਾਬਤਾ ਆਪਦੀ ਘਰਵਾਲੀ ਦੇ ਨਾਲ ਸੀ। ਇਸ ਦੀ ਘਰਵਾਲੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਨੇ ਇਸ ਨੂੰ ਫੜ ਲਿਆ ਹੈ ਪਰ ਪੁਲਿਸ ਆਪਣੀ ਜਾਂਚ ਦੇ ਵਿੱਚ ਇਹ ਦੱਸੇ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਪਿੱਛੇ ਤਾਕਤਾਂ ਕਿਹੜੀਆਂ ਕੰਮ ਕਰ ਰਹੀਆਂ ਨੇ। ਜਥੇਦਾਰ ਸਾਹਿਬ ਨੇ ਕਿਹਾ ਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨੂੰ ਅਮਰੀਕਾ ਤੋਂ ਫੰਡਿੰਗ ਹੁੰਦੀ ਹੈ। ਅਮਰੀਕਾ ਵਸਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਜਥੇਦਾਰ ਸਾਹਿਬ ਨੇ ਇਹ ਕਿਹਾ ਹੈ ਕਿ ਇਹ ਪਤਾ ਕਰਨ ਉੱਥੇ ਬੈਠੇ ਸਿੱਖ ਕਿ ਇਹੋ ਜਿਹੇ ਦੋਸ਼ੀਆਂ ਨੂੰ ਕੌਣ ਫੰਡਿੰਗ ਕਰ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਅਸੀਂ ਵੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਸੌਦਾ ਸਾਧ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਡੇਰੇ ਦਾ ਪ੍ਰਬੰਧ ਕਰਨ ਵਾਲੀ ਜਿਹੜੀ ਪ੍ਰਬੰਧਕੀ ਕਮੇਟੀ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਕਿਹਾ ਹੈ ਜਥੇਦਾਰ ਹਰਪ੍ਰੀਤ ਸਿੰਘ ਨੇ। ਜਿਸ ਵੀ ਘਟੀਆ ਕਿਸਮ ਦੇ ਇਨਸਾਨ ਨੇ ਇਹ ਕੰਮ ਕੀਤਾ ਹੈ, ਜਿਹੜਾ ਫੜਿਆ ਹੋਇਆ ਹੈ, ਪੁਲਿਸ ਕਸਟਡੀ ਦੇ ਵਿੱਚ ਹੈ, ਉਹਦੀਆਂ ਤਾਰਾਂ ਜਿਹੜੀਆਂ ਨੇ ਸਿੱਧੇ ਤੌਰ ਦੇ ਉੱਤੇ ਸੌਦੇ ਸਾਧ ਨਾਲ ਜੁੜਦੀਆਂ ਨੇ। ਸੌਦੇ ਸਾਧ ਦੀ 7 ਮੈਂਬਰੀ ਕਮੇਟੀ ਦਾ ਮੈਂਬਰ ਜਿਹੜਾ ਇਹਦਾ ਬਾਪ ਹੈ ਔਰ ਇਹਦਾ ਵਿਆਹ ਵੀ ਜਿਹੜਾ ਹੈ ਸੌਦੇ ਸਾਧ ਦੇ ਡੇਰੇ 'ਚ ਹੋਇਆ ਤੇ ਇਹ ਆਪ ਵੀ ਸੌਦੇ ਸਾਧ ਦਾ ਬਹੁਤ ਵੱਡਾ ਜਿਹੜਾ ਹੈ ਉਹ ਚੇਲਾ ਹੈ। ਔਰ ਜਦੋਂ ਇਹ 9 ਵਜੇ ਆਪਣੇ ਘਰੋਂ ਨਿਕਲਿਆ ਤੇ ਲਗਾਤਾਰ ਹੀ ਇਹਦਾ ਜਿਹੜਾ ਰਾਬਤਾ ਸੀ ਫੋਨ ਦੇ ਉੱਤੇ ਉਹ ਇਹਦੀ ਘਰਵਾਲੀ ਨਾਲ ਸੀ। ਪੁਲਿਸ ਨੇ ਇਸ ਨੂੰ ਫੜਿਆ। ਅਸੀਂ ਇਹੋ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਆ ਉਹ ਦੱਸੇ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ। ਜੇ ਇਸ ਇਨਸਾਨ ਦੇ ਪਿੱਛੇ ਸੌਦਾ ਸਾਧ ਹੈ, ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਜਾਂ ਸੌਦਾ ਸਾਧ ਦਾ ਸੈਕਟ ਹੈ, ਤੇ ਫਿਰ ਉਹਦੇ ਵੀ ਪਿੱਛੇ ਕਿਹੜੀਆਂ ਵੱਡੀਆਂ ਤਾਕਤਾਂ ਨੇ ਜਿਹੜੀਆਂ ਸਿੱਖਾਂ ਨੂੰ ਜਿਹੜਾ ਹੈ ਪਰੇਸ਼ਾਨ ਕਰਨਾ ਚਾਹੁੰਦੀਆਂ ਨੇ, ਸਿੱਖਾਂ ਦਾ ਅਪਮਾਨ ਕਰਨਾ ਚਾਹੁੰਦੀਆਂ ਨੇ, ਸਿੱਖਾਂ ਦੇ ਹਿਰਦੇ ਬਲੂੰਦਰਨਾ ਚਾਹੁੰਦੀਆਂ ਨੇ। ਇਹਦੀ ਘਰਵਾਲੀ ਤੇ ਵੀ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ ਔਰ ਇਹਦੇ ਤੇ ਵੀ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ। ਤੇ ਮੈਂ ਅਮਰੀਕਾ ਦੀਆਂ ਵੀ ਸਿੱਖ ਸੰਗਤਾਂ ਨੂੰ ਅਪੀਲ ਕਰੂੰਗਾ ਕਿ ਇੱਥੇ ਇਹਦਾ ਬਾਪ ਜਿਹੜਾ ਇਹਨੂੰ ਪੈਸੇ ਭੇਜਦਾ ਹੈ ਉਹਦਾ ਖੁਰਾ ਖੋਜ ਜਿਹੜਾ ਉਹ ਕੱਢਿਆ ਜਾਵੇ। ਅਸੀਂ ਵੀ ਸਹਾਇਤਾ ਕਰਾਂਗੇ, ਪਤਾ ਕਰਵਾਵਾਂਗੇ ਕਿ ਕੌਣ ਹੈ ਇਹਦਾ ਅਮਰੀਕਾ ਦੇ ਵਿੱਚ ਬੈਠਾ ਬਾਪ ਜਿਹੜਾ ਇਹਨੂੰ ਪੈਸੇ ਭੇਜਦਾ ਹੈ, ਇਹੋ ਜਿਹੀਆਂ ਘਟੀਆਂ ਕਾਰਵਾਈਆਂ ਕਰਵਾਉਣ ਦੇ ਲਈ ਉਕਸਾਉਂਦਾ ਹੈ। ਤੇ ਇਹਦੇ ਲਈ ਸੌਦੇ ਸਾਧ ਦੇ ਉੱਤੇ ਵੀ ਜਿਹੜਾ ਉਹ ਮਾਮਲਾ ਦਰਜ ਹੋਣਾ ਚਾਹੀਦਾ ਹੈ ਤੇ ਜਿਹੜੀ ਉਹਨਾਂ ਦੀ ਪ੍ਰਬੰਧਕ ਕਮੇਟੀ ਹੈ ਸੌਦੇ ਸਾਧ ਦੇ ਡੇਰੇ ਦਾ ਪ੍ਰਬੰਧ ਚਲਾਉਣ ਵਾਲੀ, ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਤੇ ਇਸੇ ਮਸਲੇ ਦੇ ਵਿੱਚ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ ਅਤੇ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਪੁਲਿਸ ਨੇ ਕਾਫੀ ਤਫਤੀਸ਼ ਕਰ ਲਈ ਹੈ ਅਤੇ ਤਫਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗੁੰਡਾ ਹੈ, ਗੁੰਡਾ ਅਨਸਰਾਂ ਦੇ ਨਾਲ ਸੰਬੰਧ ਰੱਖਦਾ ਹੈ। ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ, ਪਰ ਜਦੋਂ ਜਾਂਚ ਦੀ ਤਸਵੀਰ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਜਾਏਗੀ ਉਦੋਂ ਅਸੀਂ ਸਾਰੀ ਜਾਣਕਾਰੀ ਦੇਵਾਂਗੇ। ਇਹਦੇ ਪਿੱਛੇ ਬਹੁਤ ਵੱਡੀ ਇੱਕ ਸਿਆਸਤ ਚੱਲ ਰਹੀ ਹੈ। ਅਸੀਂ ਪੁਲਿਸ ਨੂੰ, ਪ੍ਰਸ਼ਾਸਨ ਨੂੰ ਕਿਹਾ ਕਿ ਇਹਦੀ ਪੂਰੀ ਬੈਕਗਰਾਉਂਡ ਲੱਭ ਕੇ ਇਹਨੂੰ ਪੂਰਾ ਨੰਗਾ ਕੀਤਾ ਜਾਵੇ
ਕਿੱਥੋਂ ਇਹਦਾ ਬੈਕਗ੍ਰਾਉਂਡ ਹੈ, ਕਿੱਥੇ ਇਹਦੇ ਸੰਬੰਧ ਨੇ, ਉਹ ਸਾਰਾ ਤਫਤੀਸ਼ ਵਿਸ਼ਾ ਆ ਵੀ ਰਿਹਾ, ਕੁਝ ਪਤਾ ਵੀ ਲੱਗ ਗਿਆ। ਕਮੇਟੀ ਦੇ ਵਿੱਚ ਸਾਡੇ ਮੈਨੇਜਰ ਸਾਹਿਬ ਵੀ ਨੇ, ਪਬਲਿਕ 'ਚੋਂ ਵੀ 2 ਮੈਂਬਰ ਨੇ, 5 ਮੈਂਬਰੀ ਕਮੇਟੀ ਇੱਕ ਲੋਕਲ ਬਣਾਈ ਗਈ ਹੈ। ਉਹ ਜਦੋਂ ਤਫਤੀਸ਼ ਹੁੰਦੀ ਉੱਥੇ ਹਾਜ਼ਰ ਹੁੰਦੀ ਹੈ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਪਤਾ ਲੱਗ ਰਹੀਆਂ ਨੇ, ਲੇਕਿਨ ਜਦੋਂ ਤਫਤੀਸ਼ ਪੂਰੀ ਹੋਗੀ ਪ੍ਰਸ਼ਾਸਨ ਵੀ ਦੱਸ ਦੇਗਾ, ਅਸੀਂ ਵੀ ਦੱਸ ਦਾਂਗੇ। ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੀ ਮਿਹਨਤ ਰੰਗ ਲਿਆਈ ਹੈ। 9ਵੇਂ ਦਿਨ ਸਰਕਾਰ ਨੇ ਕੁਝ ਮੰਗਾਂ ਮੰਨ ਲਈਆਂ ਨੇ। ਪਨਬਸ, ਪੀਆਰਟੀਸੀ ਤੇ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਜਾਂ ਕਹਿ ਲਈਏ ਕਿ ਪੰਜਾਬ ਸਰਕਾਰ ਦੇ ਨਾਲ ਬੈਠਕ ਹੋਈ। ਉਸ ਬੈਠਕ ਤੋਂ ਬਾਅਦ ਹੁਣ 9 ਦਿਨਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਚੱਕਾ ਜਾਮ ਕਰਨ ਵਾਲੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ 10ਵੇਂ ਦਿਨ ਪੰਜਾਬ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਦੋਵਾਂ ਤਰ੍ਹਾਂ ਦੇ ਵਿਚਾਲੇ ਬੈਠਕ ਹੋਈ। ਉਸ ਦੇ ਵਿੱਚ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ 30% ਵਾਧਾ ਕਰਨ ਦੀ ਮੰਗ ਨੂੰ ਮੰਨ ਲਿਆ ਹੈ। ਹਾਲਾਂਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁੱਦੇ ਤੇ ਸਰਕਾਰ ਨੇ 1 ਹਫ਼ਤੇ ਦਾ ਸਮਾਂ ਇਹਨਾਂ ਤੋਂ ਮੰਗਿਆ ਹੈ। ਇਸ ਦੌਰਾਨ ਖਰੜਾ ਤਿਆਰ ਕੀਤਾ ਜਾਏਗਾ। ਸੋ 1 ਹਫ਼ਤੇ ਦਾ ਸਮਾਂ ਇਹਨਾਂ ਮੁਲਾਜ਼ਮਾਂ ਨੇ ਦੇ ਦਿੱਤਾ ਹੈ, ਕਿਹਾ ਕਿ 1 ਹਫ਼ਤਾ ਅਸੀਂ ਆਪਣੀ ਹੜਤਾਲ ਨੂੰ ਮੁਲਤਵੀ ਕਰਦੇ ਹਾਂ। ਜੇ ਸਰਕਾਰ ਨੇ ਸਾਡੀ ਮੰਗ ਮੰਨ ਲਈ, ਪੱਕੇ ਕਰਨ ਦਾ ਐਲਾਨ ਕਰ ਦਿੱਤਾ ਤਾਂ ਹੜਤਾਲ ਕਦੇ ਨਹੀਂ ਹੋਵੇਗੀ, ਤੇ ਜੇ ਸਰਕਾਰ ਨੇ ਮੰਗ ਨਾ ਮੰਨੀ ਤਾਂ ਮੁੜ ਤੋਂ ਸਾਡੀ ਹੜਤਾਲ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ 1 ਹਫ਼ਤੇ ਬਾਅਦ। ਸੋ ਮੁਲਾਜ਼ਮ ਜਥੇਬੰਦੀਆਂ ਨੇ 29 ਤਰੀਕ ਤੱਕ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਜੇ ਇੰਨੇ ਸਮੇਂ ਦਰਮਿਆਨ ਸਰਕਾਰ ਮੰਨ ਜਾਂਦੀ ਹੈ ਤਾਂ ਹੜਤਾਲ ਪੂਰੀ ਤਰ੍ਹਾਂ ਖਤਮ ਹੋ ਜਾਏਗੀ, ਯਾਨੀ ਕਿ 1 ਹਫ਼ਤੇ ਤੋਂ ਵੀ ਵੱਧ ਦਾ ਸਮਾਂ ਜਿਹੜਾ ਇਹਨਾਂ ਨੇ ਦੇ ਦਿੱਤਾ ਹੈ। ਤੇ ਕਹਿੰਦੇ ਸਰਕਾਰ ਨੇ ਯੂਨੀਅਨ ਨੂੰ ਇਹ ਵੀ ਭਰੋਸਾ ਦਿੱਤਾ ਕਿ ਅਗਲੇ ਸੈਸ਼ਨ ਤੱਕ 850 ਬੱਸਾਂ ਨੇ ਜਿਹੜੀਆਂ ਉਹ ਸਰਕਾਰੀ ਬੇੜੇ ਦੇ ਵਿੱਚ ਪਾ ਦਿੱਤੀਆਂ ਜਾਣਗੀਆਂ, ਯਾਨੀ ਕਿ ਪੰਜਾਬ ਦੇ ਵਿੱਚ 850 ਬੱਸਾਂ ਹੋਰ ਚੱਲਣਗੀਆਂ ਤਾਂ ਫਿਰ ਜਿਹੜੀਆਂ ਅਸਾਮੀਆਂ ਨੇ ਉਹ ਵੀ ਨਿਕਲਣਗੀਆਂ। ਕਿਸਾਨ ਅੰਦੋਲਨ ਦਾ ਆਮ ਜਨ ਜੀਵਨ ਉੱਤੇ ਅਸਰ ਪੈ ਰਿਹਾ ਹੈ। ਇਸ ਮੁੱਦੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ 4 ਸੂਬਿਆਂ ਦੀਆਂ ਸਰਕਾਰਾਂ ਤੋਂ ਜਵਾਬ ਮੰਗਿਆ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ, ਯੂਪੀ, ਹਰਿਆਣਾ ਤੇ ਰਾਜਸਥਾਨ ਨੂੰ ਕਿਸਾਨ ਅੰਦੋਲਨ ਕਾਰਨ ਸਨਅਤੀ ਇਕਾਈਆਂ ਦੇ ਕੰਮਕਾਰ ਅਤੇ ਆਵਾਜਾਈ ਤੇ ਪੈ ਰਹੇ ਅਸਰ ਅਤੇ ਕੋਵਿਡ-19 ਨਿਯਮਾਂ ਦੀ ਪਾਲਣਾ ਦੇ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਤੇ ਇਹ ਬੜਾ ਦਿਲਚਸਪ ਹੈ। ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਹੈ, ਯੂਪੀ ਤੇ ਹਰਿਆਣਾ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ, ਇਹਨਾਂ ਸਰਕਾਰਾਂ ਤੋਂ ਜਵਾਬ ਮੰਗਿਆ ਗਿਆ। ਕਮਿਸ਼ਨ ਨੇ ਕਿਹਾ ਕਿ ਅਸੀਂ ਕੌਮੀ ਆਫਤ ਪ੍ਰਬੰਧਨ ਅਥਾਰਟੀ, ਕੇਂਦਰੀ ਗ੍ਰਹਿ ਮੰਤਰਾਲਾ ਅਤੇ ਕੇਂਦਰੀ ਸਿਹਤ ਮੰਤਰਾਲੇ ਤੋਂ ਵੱਖ-ਵੱਖ ਵਰਗਾਂ ਉੱਤੇ ਕਿਸਾਨ ਅੰਦੋਲਨ ਦੇ ਮਾੜੇ ਅਸਰ ਅਤੇ ਅੰਦੋਲਨ ਵਾਲੀਆਂ ਥਾਵਾਂ ਤੇ ਕੋਵਿਡ ਨਿਯਮਾਂ ਦੀ ਪਾਲਣਾ ਸੰਬੰਧੀ ਰਿਪੋਰਟ ਹੈ ਜਿਹੜੀ ਉਹ ਮੰਗੀ ਹੈ। ਕਮਿਸ਼ਨ ਨੇ ਕਿਹਾ ਕਿ ਸਾਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਵਿੱਚ ਕਈ ਸ਼ਿਕਾਇਤਾਂ ਮਿਲੀਆਂ ਨੇ। ਸਨਅਤੀ ਇਕਾਈਆਂ ਦੇ ਉੱਤੇ ਕਿਸਾਨਾਂ ਦੇ ਸੰਘਰਸ਼ ਕਾਰਨ ਭਾਰੀ ਅਸਰ ਪੈ ਰਿਹਾ ਹੈ। 9000 ਤੋਂ ਵੱਧ ਲਘੂ, ਮੱਧਮ ਤੇ ਵੱਡੀਆਂ ਸਨਅਤਾਂ ਦੇ ਉੱਤੇ ਗੰਭੀਰ ਅਸਰ ਪਿਆ ਹੈ। ਕਮਿਸ਼ਨ ਨੇ ਕਿਹਾ ਕਿ ਆਵਾਜਾਈ ਦੇ ਉੱਤੇ ਵੀ ਬਹੁਤ ਮਾੜਾ ਅਸਰ ਪਿਆ ਕਿਸਾਨਾਂ ਦੇ ਇਸ ਸੰਘਰਸ਼ ਦੇ ਕਰਕੇ। ਇਹਦੇ ਨਾਲ ਕਹਿੰਦੇ ਯਾਤਰੀਆਂ, ਮਰੀਜ਼ਾਂ, ਅਪਾਹਜਾਂ ਤੇ ਸੀਨੀਅਰ ਸਿਟੀਜ਼ਨਸ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਵਾਜਾਈ ਬੰਦ ਹੋਣ ਦੇ ਕਾਰਨ। ਇਸ ਦੇ ਨਾਲ ਹੀ ਕਮਿਸ਼ਨ ਨੇ ਝੱਜਰ, ਹਰਿਆਣਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅੰਦੋਲਨ ਵਾਲੀ ਥਾਂ ਤੇ ਕਥਿਤ ਗੈਂਗਰੇਪ ਦੀ ਘਟਨਾ ਦੇ ਮਾਮਲੇ ਵਿੱਚ 10 ਅਕਤੂਬਰ ਤੱਕ ਜਵਾਬ ਦੇਣ ਦੇ ਲਈ ਕਿਹਾ ਹੈ। ਸੋ ਇਹਦੇ ਵਿੱਚ ਹੁਣ 4 ਸੂਬਿਆਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਕਮਿਸ਼ਨ ਨੂੰ ਜਵਾਬ ਦੇਣਗੀਆਂ। ਤੇ ਜਿਹੜਾ ਕਮਿਸ਼ਨ ਨੇ ਕਿਹਾ ਕਿ ਆਵਾਜਾਈ ਦੇ ਉੱਤੇ ਮਾੜਾ ਅਸਰ ਪੈ ਰਿਹਾ ਹੈ, ਉਸ ਤੇ ਪਹਿਲਾਂ ਹੀ ਕਿਸਾਨ ਕਈ ਵਾਰੀ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਕਿ ਆਵਾਜਾਈ ਅਸੀਂ ਨਹੀਂ ਰੋਕੀ, ਅਸੀਂ ਤਾਂ ਦਿੱਲੀ ਦੇ ਅੰਦਰ ਜਾਣਾ ਚਾਹੁੰਦੇ ਸੀ ਪਰ ਸਰਕਾਰ ਨੇ, ਪੁਲਿਸ ਨੇ ਸਾਡੇ ਰਾਹ ਰੋਕੇ, ਇਸ ਕਰਕੇ ਸਾਨੂੰ ਉੱਥੇ ਹੀ ਬਹਿਣਾ ਪਿਆ। ਹਾਈਵੇ ਇਹਨਾਂ ਨੇ ਬੰਦ ਕੀਤੇ ਨੇ, ਅਸੀਂ ਨਹੀਂ ਬੰਦ ਕੀਤੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਪਹਿਲਾਂ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਕਿਸਾਨਾਂ ਨੂੰ ਦਿੱਲੀ ਤੇ ਹਰਿਆਣਾ ਜਾ ਕੇ ਅੰਦੋਲਨ ਕਰਨਾ ਚਾਹੀਦਾ। ਪੰਜਾਬ ਦੀਆਂ 113 ਥਾਵਾਂ ਤੇ ਧਰਨੇ ਦੇ ਕੇ ਪੰਜਾਬ ਦੀ ਆਰਥਿਕਤਾ ਨੂੰ ਖਰਾਬ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਹੁਣ ਉਸ ਬਿਆਨ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਪਸ਼ਟੀਕਰਨ ਦੇਣਾ ਪਿਆ ਹੈ। ਕੈਪਟਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਮੇਰੇ ਬਿਆਨ ਨੂੰ ਸਿਆਸੀ ਰੰਗਤ ਦਿੱਤੀ ਗਈ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਰੇ ਕਿਸਾਨ ਹੀ ਬੀਜੇਪੀ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਨੇ। ਪਰ ਜੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹਲਚਲ ਜਾਰੀ ਰਹੀ, ਇਸੇ ਤਰ੍ਹਾਂ ਧਰਨੇ ਪ੍ਰਦਰਸ਼ਨ ਜਾਰੀ ਰਹੇ ਤਾਂ ਅਸੀਂ ਨੌਕਰੀਆਂ, ਮਾਲੀਆ ਤੇ ਨਿਵੇਸ਼ ਤੋਂ ਖੁੰਝ ਜਾਵਾਂਗੇ। ਅਨਾਜ ਭੰਡਾਰਨ ਅਤੇ ਖਰੀਦ ਹੈ ਜਿਹੜੀ ਉਹ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ। ਫਿਰ ਇਹ ਕਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਨੂੰ ਦੁਹਰਾਇਆ ਹੈ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜੇ ਧਰਨੇ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ, ਉਹਨਾਂ ਦਾ ਇੱਥੇ ਕੋਈ ਕਾਰਨ ਨਹੀਂ ਹੈ। ਇੱਥੇ ਧਰਨੇ ਦੇਣ ਦਾ ਕੋਈ ਕਾਰਨ ਨਹੀਂ ਬਣਦਾ ਕਿਉਂਕਿ ਉਹਨਾਂ ਦੀ ਲੜਾਈ ਬੀਜੇਪੀ ਦੇ ਵਿਰੁੱਧ ਹੈ, ਸਾਡੇ ਵਿਰੁੱਧ ਨਹੀਂ ਹੈ।
ਅਸੀਂ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਕਿਸਾਨਾਂ ਦੇ ਨਾਲ ਲਗਾਤਾਰ ਖੜੇ ਰਹੇ ਹਾਂ, ਪਰ ਅਫਸੋਸ ਦੀ ਗੱਲ ਹੈ ਕਿ ਹੜਤਾਲ ਦੇ ਕਾਰਨ ਅਸੀਂ ਹੁਣ ਦੁਖੀ ਹਾਂ। ਕੈਪਟਨ ਨੇ ਕਿਹਾ ਕਿ ਅਫਸੋਸ ਹੈ ਕਿ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਦੁੱਖ ਦਰਦ ਵੰਡਾ ਰਿਹਾ ਸੀ। ਦੁੱਖ ਦਰਦ ਸਮਝਣ ਦੀ ਬਜਾਏ ਕਿਸਾਨਾਂ ਨੇ ਮੇਰੀ ਟਿੱਪਣੀ ਨੂੰ ਸਿਆਸੀ ਮੋੜ ਦਿੱਤਾ ਹੈ, ਕਿਉਂਕਿ ਕਿਸਾਨਾਂ ਦੇ ਪੰਜਾਬ ਦੇ ਵਿੱਚ ਵਿਰੋਧ ਕਾਰਨ ਆਮ ਲੋਕ ਨੇ ਜਿਹੜੇ ਉਹ ਦੁਖੀ ਨੇ, ਇਹ ਕੈਪਟਨ ਨੇ ਕਿਹਾ। ਕੈਪਟਨ ਨੂੰ ਜਿੱਥੇ ਉਹਨਾਂ ਦੇ ਬਿਆਨਾਂ ਦੇ ਕਾਰਨ ਕਿਸਾਨਾਂ ਦੇ ਵੱਲੋਂ ਘੇਰਿਆ ਜਾ ਰਿਹਾ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਦਰਮਿਆਨ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਵਿੱਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ। 17 ਸਤੰਬਰ ਨੂੰ ਸੰਸਦ ਦੇ ਵਿੱਚ ਖੇਤੀ ਕਾਨੂੰਨ ਬਣਾਉਣ ਦੀ ਪਹਿਲੀ ਵਰ੍ਹੇਗੰਢ ਹੈ ਤੇ ਇਸ ਦਿਨ ਨੂੰ ਕਾਲੇ ਦਿਵਸ ਦੇ ਵਜੋਂ ਮਨਾਇਆ ਜਾਵੇਗਾ। ਦਿੱਲੀ ਵਿੱਚ ਪਹੁੰਚਣਗੇ ਸੁਖਬੀਰ ਬਾਦਲ ਅਤੇ ਪਾਰਟੀ ਦੇ ਵਰਕਰ। 27 ਸਤੰਬਰ ਨੂੰ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਕਿਸਾਨਾਂ ਦੇ ਵੱਲੋਂ ਇਸ ਬੰਦ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਵੱਡੀ ਗਿਣਤੀ ਵਿੱਚ ਕਿਸਾਨ ਨੇ ਜਿਹੜੇ ਉਹ ਸਿੰਘੂ ਬਾਰਡਰ ਤੇ ਵੀ ਹੁਣ ਪਹੁੰਚ ਗਏ ਨੇ। ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਸਿੰਘੂ ਦੀ ਸਟੇਜ ਤੋਂ ਸੰਬੋਧਨ ਕੀਤਾ ਹੈ, ਕੀ ਕਿਹਾ ਉਹ ਵੀ ਦੱਸਾਂਗੇ। ਤੇ 27 ਸਤੰਬਰ ਨੂੰ ਭਾਰਤ ਬੰਦ ਤੋਂ ਪਹਿਲਾਂ ਕਿਸਾਨਾਂ ਨੇ ਬੈਂਗਲੁਰੂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ। ਮੱਧ ਪ੍ਰਦੇਸ਼ ਦੇ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ ਹੈ। 26 ਕਿਸਾਨ ਯੂਨੀਅਨਾਂ ਭਾਰਤ ਬੰਦ ਦਾ ਸੱਦਾ ਦੇਣ ਦੇ ਲਈ ਇੱਥੇ ਇਕੱਠੀਆਂ ਹੋਈਆਂ ਤੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਮੋਟਰਸਾਈਕਲ ਰੈਲੀ ਅਤੇ ਮਸ਼ਾਲਾਂ ਦੇ ਨਾਲ ਜਲੂਸ ਕੱਢੇ ਜਾਣਗੇ। ਇਸ ਦੇ ਨਾਲ ਹੀ ਮੋਰਚੇ ਨੇ ਦੱਸਿਆ ਕਿ ਕਿਸਾਨ ਸੰਵਾਦ ਯਾਤਰਾ ਮਹਾਰਾਸ਼ਟਰ ਦੇ ਵਿੱਚ ਔਰੰਗਾਬਾਦ ਤੋਂ ਸ਼ੁਰੂ ਹੋਈ ਹੈ। ਯਾਤਰਾ 21 ਸਤੰਬਰ ਤੱਕ ਮਹਾਰਾਸ਼ਟਰ ਦੇ ਕਸਬਿਆਂ ਤੇ ਪਿੰਡਾਂ ਦੇ ਵਿੱਚੋਂ ਲੰਘਦੀ ਰਹੇਗੀ। ਸਿੰਘੂ ਬਾਰਡਰ ਦੀ ਸਟੇਜ ਤੋਂ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਫਿਰ ਤੋਂ ਜਿਹੜਾ ਹੈਗਾ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਰੈਲੀਆਂ ਨਾ ਕਰਨ ਲਈ ਕਿਹਾ, ਪਰ ਹੁਣ ਕਾਂਗਰਸ ਨੇ ਵੀ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਅਸੀਂ ਇਹਨਾਂ ਪਾਰਟੀਆਂ ਨੂੰ ਸਿਰਫ 50-60 ਬੰਦੇ ਇਕੱਠੇ ਕਰਨ ਦੀ ਆਗਿਆ ਦਿੱਤੀ ਸੀ, ਪਰ ਇਹ ਤਾਂ ਹੱਦ ਹੀ ਕਰ ਰਹੇ ਨੇ ਤੇ ਕਿਸਾਨ ਇਹਨਾਂ ਦਾ ਵਿਰੋਧ ਜਾਰੀ ਰੱਖਣਗੇ, ਕਿਉਂਕਿ ਕਿਸਾਨ ਮੋਰਚੇ ਤੋਂ ਉੱਤੇ ਕੁਝ ਵੀ ਨਹੀਂ ਹੈ। ਰਾਜੇਵਾਲ ਨੇ ਫਿਰ ਕਿਹਾ ਕਿ ਅਸੀਂ ਸਰਕਾਰ ਨੂੰ ਹਰਾਵਾਂਗੇ। ਦੇਸ਼ ਵਿਦੇਸ਼ ਦੇ ਵਿੱਚ ਕਿਸਾਨ ਮੋਰਚੇ ਦੀ ਮਦਦ ਕਰਨ ਵਾਲੇ ਹਰੇਕ ਇਨਸਾਨ ਦਾ ਧੰਨਵਾਦ ਵੀ ਰਾਜੇਵਾਲ ਨੇ ਕੀਤਾ ਤੇ ਕਿਹਾ ਕਿ ਮੁਜ਼ੱਫਰਨਗਰ ਵਾਂਗ ਤਾਮਿਲਨਾਡੂ ਦੇ ਵਿੱਚ ਵੀ ਵੱਡੀਆਂ ਕਾਨਫਰੰਸਾਂ ਹੋਣ ਲੱਗ ਪਈਆਂ ਨੇ। ਸੋ ਰਾਜੇਵਾਲ ਨੇ ਇਹ ਗੱਲ ਜਿਹੜੀ ਸਪਸ਼ਟ ਤੌਰ ਤੇ ਕਹੀ ਹੈ ਕਿ ਕਿਸਾਨ ਰੈਲੀਆਂ ਕਰਨ ਵਾਲੇ ਲੀਡਰਾਂ ਦਾ ਵਿਰੋਧ ਜਾਰੀ ਰੱਖਣਗੇ। ਤਾਂ ਕਾਂਗਰਸ ਵਾਲਿਆਂ ਨੂੰ ਕਿਹਾ ਵੀ ਜੇ ਤੁਸੀਂ ਕੋਈ ਸਰਕਾਰੀ ਕੰਮ ਲਈ ਕਿਸੇ ਪਿੰਡ 'ਚ ਜਾਣਾ, ਵੱਡਾ ਇਕੱਠ ਨਹੀਂ ਕਰਨਾ, 20-50 ਬੰਦਿਆਂ ਦੇ ਸਾਹਮਣੇ ਚੈੱਕ ਦੇਣਾ, ਦੇ ਕੇ ਆ ਜਾਓ, ਪਰ ਇਹ ਨਹੀਂ ਕੋਈ ਵੱਡੀ ਰੈਲੀ ਕਰੋ, ਉਹਦਾ ਅਸੀਂ ਵਿਰੋਧ ਕਰਾਂਗੇ। ਹੁਣ ਉਹਨਾਂ ਨੇ ਵੀ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਸਾਨੂੰ ਕਈ ਸੱਜਣ ਸਵਾਲ ਕਰਦੇ ਨੇ ਉਹਨਾਂ ਨੂੰ ਕੁਝ ਕਿਉਂ ਨਹੀਂ ਕਹਿੰਦੇ, ਤੇ ਮੈਂ ਅੱਜ ਕਹਿ ਦਿੱਤਾ ਹੈ। ਮੈਂ ਕੁਝ ਮਹਾਰਾਣੀ ਪ੍ਰਨੀਤ ਕੌਰ ਨੇ ਕਿਤੇ ਬਸੀ ਦੇ ਨੇੜੇ ਕਰਨੀ ਹੈ ਰੈਲੀ, ਮੈਂ ਅੱਜ ਵਰਕਰ ਮਿਲੇ ਸੀ, ਉਹਨਾਂ ਨੂੰ ਕਿਹਾ ਜਾਓ ਕਰੋ ਤਿਆਰੀ, ਜੇ ਵੱਡੀ ਰੈਲੀ ਕਰਦੀ ਹੈ ਉਹਦਾ ਡਟ ਕੇ ਵਿਰੋਧ ਕਰੋ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹਰ ਮੋਰਚੇ ਦੇ ਵਿੱਚ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਬੈਠਕਾਂ ਕੀਤੀਆਂ ਜਾ ਰਹੀਆਂ ਨੇ। ਰਣਨੀਤੀ ਉਲੀਕੀ ਜਾ ਰਹੀ ਹੈ, ਡਿਊਟੀਆਂ ਨੇ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਨੇ। ਧੂਰੀ ਦੇ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ 27 ਸਤੰਬਰ ਨੂੰ ਭਾਰਤ ਬੰਦ ਸਫਲ ਬਣਾਉਣ ਦੇ ਲਈ ਵਰਕਰਾਂ ਦੀਆਂ ਡਿਊਟੀਆਂ ਨੇ ਜਿਹੜੀਆਂ ਉਹ ਹੁਣ ਤੋਂ ਹੀ ਲਾ ਦਿੱਤੀਆਂ ਗਈਆਂ ਨੇ। ਕਿਸਾਨਾਂ ਦੇ ਵੱਲੋਂ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੀ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਮੁਕਲਿਆਣਾ ਦੇ ਵਿੱਚ ਕਿਸਾਨਾਂ ਨੇ ਸੰਗਤ ਸਿੰਘ ਗਿਲਜੀਆਂ ਦਾ ਜ਼ਬਰਦਸਤ ਵਿਰੋਧ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਦੇ ਲਈ ਇੱਕ ਦਿਨ ਪਹਿਲਾਂ ਪਹੁੰਚੇ ਸੀ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਐਕਟਿਵ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਸਮਾਗਮ ਵਾਲੀ ਥਾਂ ਤੇ ਜਦੋਂ ਜਾ ਰਹੇ ਸੀ ਤਾਂ ਕਿਸਾਨਾਂ ਨੇ ਗਿਲਜੀਆਂ ਦੀ ਗੱਡੀ ਦਾ ਘਿਰਾਓ ਕੀਤਾ। ਗਿਲਜੀਆਂ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਤੇ ਕਾਲੇ ਝੰਡੇ ਵੀ ਦਿਖਾਏ ਗਏ। ਇਸ ਮੌਕੇ ਇੱਕ ਬਜ਼ੁਰਗ ਕਿਸਾਨ ਤਾਂ ਗਿਲਜੀਆਂ ਦੀ ਗੱਡੀ ਦੇ ਥੱਲੇ ਲੰਮੇ ਹੀ ਪੈ ਗਏ। ਕਿਸਾਨ ਨੇ ਗਿਲਜੀਆਂ ਤੇ ਆਪਣੇ ਹਲਕੇ ਦੇ ਕਿਸਾਨਾਂ ਉੱਤੇ ਕਥਿਤ ਤੌਰ ਤੇ ਨਜਾਇਜ਼ ਪਰਚੇ ਦਰਜ ਕਰਵਾਉਣ ਦਾ ਦੋਸ਼ ਲਾਇਆ। ਗੱਡੀ ਦੇ ਥੱਲੇ ਪਏ ਕਿਸਾਨ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਗਿਲਜੀਆਂ ਨੇ ਮੇਰੇ ਪੁੱਤ ਨੂੰ ਵੱਢ ਕੇ ਰੇਲ ਦੇ ਥੱਲੇ ਸੁੱਟ ਕੇ ਮੇਰੇ ਤੇ ਦਫਾ 307 ਲਵਾ ਦਿੱਤੀ ਹੈ। ਮੇਰੇ ਘਰ ਦਾ ਬੁਰਾ ਹਾਲ ਕਰ ਦਿੱਤਾ ਹੈ। ਮੇਰੇ ਘਰ ਦੇ ਵਿੱਚ ਟੋਏ ਪੁੱਟਵਾ ਦਿੱਤੇ ਨੇ। ਮੇਰੇ ਤੇ ਨਜਾਇਜ਼ ਪਰਚੇ ਦਰਜ ਕਰਵਾਏ ਗਏ ਨੇ। ਸਾਰੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਲਗਾਤਾਰ ਮਾਈਕ ਦੇ ਵਿੱਚੋਂ ਜਿਹੜੀ ਭਾਸ਼ਣ ਹੈ ਉਹ ਕੀਤਾ ਜਾ ਰਿਹਾ ਸੀ ਤੇ ਗਿਲਜੀਆਂ ਜਿਵੇਂ ਕਿਵੇਂ ਕਰਕੇ ਉੱਥੋਂ ਬਚ ਕੇ ਨਿਕਲੇ। ਮੈਂ ਮਰ ਜਾਣਾ ਇਹਦੇ ਥੱਲੇ ਅੱਜ। ਮੈਂ ਕੀ ਮੰਗ ਕਰਦੇ ਹੋ? ਮੈਂ ਇਹਦੇ ਘਰ ਵੀ ਗਿਆ, ਇਹਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਮੈਂ ਕਿਹਾ ਤੇ ਮੈਂ ਤੈਨੂੰ ਵੋਟਾਂ ਪਾਈਆਂ ਇਹਨਾਂ ਚੱਕਰ ਦਾ ਮੈਂ ਤੇਰੇ ਨਾਲ ਜੁੜਿਆ, ਇਹਨੇ ਮੇਰੀ ਇੱਕ ਬੰਦੀ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਕੀ ਕਹਿੰਦੇ ਹੋ ਜਿਹੜੀ ਮੈਂ ਸੰਘਰਸ਼ ਕਮੇਟੀ ਦੇ ਨਾਲ ਹੁਣ 2 ਸਾਲ ਤੋਂ ਰਲਿਆ, ਮੈਂ ਨਹੀਂ
ਮਰ ਜਾਣੇ ਦੇ ਥੱਲੇ ਆ ਕੇ ਜਾਂ ਮੈਨੂੰ ਮਾਰ ਦੇ। ਬਠਿੰਡਾ ਤੋਂ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਆ ਜਿੱਥੇ ਐਸਐਚਓ ਮੇਜਰ ਸਿੰਘ ਇੱਕ ਕਲੋਨੀ ਦੇ ਲੋਕਾਂ ਨੂੰ ਕਾਫੀ ਜਿਹੜਾ ਹੈ ਤਿੱਖੇ ਸ਼ਬਦਾਂ ਦੇ ਵਿੱਚ ਤਾੜਦੇ ਹੋਏ ਨਜ਼ਰ ਆ ਰਹੇ ਨੇ। ਪਰ ਸਾਰੇ ਲੋਕਾਂ ਨੂੰ ਨਹੀਂ ਬਲਕਿ ਉਹਨਾਂ ਲੋਕਾਂ ਨੂੰ ਜਿਹੜੇ ਗੰਦ ਫੈਲਾਉਂਦੇ ਨੇ, ਜਿਹੜੇ ਸਮਾਜ ਦੇ ਵਿੱਚ ਗੰਦਗੀ ਫੈਲਾਉਣ ਵਾਲੇ ਕਾਰਜ ਕਰਦੇ ਨੇ, ਉਹਨਾਂ ਨੂੰ ਐਸਐਚਓ ਨੇ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਸਖਤ ਤਾੜਨਾ ਦਿੱਤੀ ਹੈ ਅਤੇ ਲੋਕਾਂ ਨੂੰ ਇਹ ਵੀ ਭਰੋਸਾ ਦਿਵਾਇਆ ਹੈ ਕਿ ਮੇਰੇ ਤੇ ਯਕੀਨ ਰੱਖੋ, ਮੈਂ ਬਿਲਕੁਲ ਇੱਥੇ ਗਲਤ ਕੰਮ ਨਹੀਂ ਹੋਣ ਦਿਆਂਗਾ ਤੇ ਜਿਹੜੇ ਗਲਤ ਕੰਮ ਕਰਨਗੇ ਉਹਨਾਂ ਨੂੰ ਮੈਂ ਖੁਦ ਦੇਖਾਂਗਾ, ਕਿਉਂਕਿ ਮਾਵਾਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਕੋਈ ਮੈਨੂੰ ਮਰਜ਼ੀ ਧਮਕੀ ਦਿੰਦਾ ਰਹੇ ਪਰ ਮੈਂ ਚੰਗਾ ਕੰਮ ਕਰਦਾ ਰਹੂੰਗਾ। ਆ ਜਿਹੜੀਆਂ ਲੇਡੀਜ਼ ਆ ਕਈਆਂ ਮਹੱਲਿਆਂ ਦੇ ਵਿੱਚ ਇਹਨਾਂ ਨੇ ਚਲਾਇਆ ਹੋਇਆ ਗੰਦ, ਇਹ ਗੰਦ ਚੱਲਦਾ ਜਿਹੜਾ ਇਹ ਮੈਂ ਸਲਵਾਰਾਂ ਪਵਾ ਦੂੰਗਾ, ਮੇਰੀ ਪੰਜਾਬੀ 'ਚ ਗੱਲ ਆ ਤੁਹਾਨੂੰ, ਠੀਕ ਹੈ। ਜੇ ਕੋਈ ਇਹੋ ਜਿਹਾ ਗੰਦ ਪਾਉਂਦਾ ਤੁਹਾਡੇ ਮਹੱਲੇ ਦੇ ਵਿੱਚ, ਉਹਦੀ ਪਾਵਰ ਹੋ ਸਕਦਾ ਜ਼ਿਆਦਾ ਹੋਏ ਤੇ ਪਰ ਮੇਰਾ ਜੱਫ ਪਵਾ ਦਿਓ ਉਹਦੇ ਨਾਲ। ਜੇ ਕੋਈ ਗੰਦ ਪਾਉਂਦੀ ਹੈ ਨਾ ਇੱਥੇ ਜਨਾਨੀ ਜਾਂ ਬੰਦਾ ਪਾਉਂਦਾ ਹੈ ਤੇ ਮੇਰਾ ਜ਼ਰੂਰ ਜੱਫ ਪਵਾ ਦਿਓ ਉਹਦੇ ਨਾਲ। ਇੱਥੋਂ ਜਿਹੋ ਜਿਹੀ ਹਾਲਤ 'ਚ ਅੰਦਰ ਹੋਣਗੇ ਉਹੋ ਜਿਹੀ ਹਾਲਤ 'ਚ ਮੈਂ ਗਲੀ ਵਿੱਚ ਹੀ ਲੈ ਕੇ ਜਾਊਂਗਾ। ਜਿਹੋ ਜਿਹੀ ਹਾਲਤ 'ਚ ਮੈਂ ਅੰਦਰੋਂ ਫੜੂੰਗਾ ਉਹੋ ਜਿਹੀ ਹਾਲਤ 'ਚ ਮੈਂ ਗਲੀ ਵਿੱਚ ਹੀ ਲੈ ਕੇ ਜਾਊਂਗਾ। ਇਸ ਕਰਕੇ ਆਪਦੀਆਂ ਇੱਜ਼ਤਾਂ ਬਚਾ ਲਓ, ਗੇਟ ਲਾ ਲਓ, ਦਰਵਾਜ਼ੇ ਬੰਦ ਕਰ ਦਿਓ। ਮੇਰੇ ਥਾਣੇ ਦੇ ਵਿੱਚ ਕੋਈ ਤੁਹਾਨੂੰ ਕਹਿੰਦਾ ਵੀ ਆ ਫਲਾਣੇ ਥਾਣੇਦਾਰਾ ਕਰਕੇ ਲੈ ਕੇ ਜਾਂਦਾ ਜਾਂ ਨਹੀਂ ਲੈ ਕੇ ਜਾਂਦਾ, ਉਹ ਮੈਂ ਆਪਦਾ ਥਾਣਾ ਧੋਤਾ। ਮੇਰਾ ਕੋਈ ਮੁਲਾਜ਼ਮ ਤੁਹਾਡੇ ਕੋਲੇ ਨਹੀਂ ਆਊਗਾ, ਕਿਸੇ ਨੂੰ ਤੰਗ ਨਹੀਂ ਕਰੂਗਾ ਤੇ ਨਾ ਹੀ ਕਿਸੇ ਤੋਂ ਕੋਈ ਕਲੈਕਸ਼ਨ ਕਰੂਗਾ। ਨਸ਼ਿਆਂ ਦੇ ਤਾਂ ਬਿਲਕੁਲ ਮੈਂ ਇਹੋ ਜਿਹੀ ਪਕੜ ਕਰੂੰਗਾ ਵੀ ਤੁਸੀਂ ਆਪਣੇ ਬੱਚੇ ਅੰਦਰ ਬਾੜ ਲਓ, ਜਿਨ੍ਹਾਂ ਦੇ ਇੱਜ਼ਤਦਾਰ ਬੱਚੇ ਆ ਜਾਂ ਇੱਜ਼ਤਦਾਰ ਤੁਸੀਂ ਪਰਿਵਾਰ ਆ, ਆਪਣੇ ਬੱਚੇ ਅੰਦਰ ਬਾੜ ਦਿਓ। ਆ ਜਿਹੜੇ ਨੀਕਰਾਂ ਜਾਂ ਪਾਈ ਫਿਰਦੇ ਆ ਇਹ ਵੀ ਆਵਾਜ਼ ਆ ਜਾਓ, ਜਿਨ੍ਹਾਂ ਦੀ ਭੈੜੀ ਕਟਿੰਗ ਹੈ ਇਹ ਆਵਾਜ਼ ਆ ਜਾਓ। ਨੀਕਰਾਂ ਪਾ ਕੇ ਹਵਾ ਜੀ ਕਰਦੇ ਫਿਰਦੇ ਆ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ, ਇਹਨਾਂ ਦੀ ਰਾਖੀ ਕਰਨ ਵਾਸਤੇ ਮੈਨੂੰ ਜੇ ਕੋਈ ਨੀਕਰ ਨੁਕਰ ਦੀ ਪਾਈ ਵਾਲਾ ਦਿਸ ਗਿਆ ਤਾਂ ਮੈਂ ਛੱਡਦਾ ਹੀ ਨਹੀਂ ਉਹਨੂੰ। ਨਸ਼ੇ ਦੇ ਆ, ਨਸ਼ਾ ਮੈਨੂੰ ਕਿਸੇ ਨੂੰ ਕੋਈ ਲੋੜ ਨਹੀਂ ਮੈਨੂੰ ਫੋਨ ਕਰਨ ਦੀ, ਕਿਸੇ ਨੂੰ ਕੋਈ ਲੋੜ ਨਹੀਂ ਟਾਰਗੇਟ ਬਣਨ ਦੀ, ਕੋਈ ਲੋੜ ਨਹੀਂ ਦੁਸ਼ਮਣੀ ਪਾਉਣ ਦੀ। ਮੇਰਾ ਨੈਟਵਰਕ ਬਹੁਤ ਹੈ, ਮੈਂ ਆਪੇ ਪਕੜ ਕਰੂੰਗਾ। ਬਸ ਤੁਸੀਂ ਅੰਦਰ ਵੜ ਜਾਓ, ਹੁਣ ਆਪਦੀ ਮਾਂ ਆਪਦੀ ਭੈਣ ਦੇ ਕੋਲੇ ਵੜ ਜਾਓ, ਮਾਂ ਨੂੰ ਮਾਂ ਤੇ ਭੈਣ ਨੂੰ ਭੈਣ ਕਹਿ ਕੇ ਅੰਦਰ ਵੜ ਜਾਓ। ਬਸ ਵੀ ਆਪਣੇ ਬੱਚੇ ਅੰਦਰ ਵਾੜ ਲਓ, ਮੁੜ ਕੇ ਨਾ ਕਹਿ ਦਿਓ ਜੀ ਇਹ ਤਾਂ ਉਧਰੋਂ ਆਉਂਦਾ ਸੀ, ਇਹ ਤੇ ਉਧਰੋਂ ਆਉਂਦਾ ਸੀ। ਮੇਰੀ ਜੱਜਮੈਂਟ ਬਹੁਤ ਤਕੜੀ ਹੈ। ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਵੀ ਸੁਰੱਖਿਆ ਦੇ ਮੱਦੇਨਜ਼ਰ ਇੱਕ WhatsApp ਹੈਲਪਲਾਈਨ ਲਾਂਚ ਕੀਤੀ ਹੈ। ਇਸ ਤੇ ਜਿਹੜੇ ਅੰਮ੍ਰਿਤਸਰ ਦੇ ਵਾਸੀ ਨੇ ਆਲੇ ਦੁਆਲੇ ਹੋ ਰਹੇ ਗਲਤ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਣਗੇ। ਜੇ ਕਿਸੇ ਨੂੰ ਪੁਲਿਸ ਦੀ ਲੋੜ ਹੈ ਉਹ ਵੀ ਇਸ ਨੰਬਰ ਤੇ ਸੁਨੇਹਾ ਭੇਜ ਕੇ ਮਦਦ ਮੰਗ ਸਕਦੇ ਨੇ। ਨੰਬਰ ਹੈ ਜਿਹੜਾ ਉਹ ਹੈ 95 92 58 91 12। ਅੰਮ੍ਰਿਤਸਰ ਵਾਸੀ ਇਹ ਨੰਬਰ ਜ਼ਰੂਰ ਨੋਟ ਕਰ ਲੈਣ, 9592589112। ਇਸ ਨੰਬਰ ਤੇ ਜਾਣਕਾਰੀ, ਤਸਵੀਰਾਂ ਤੇ ਵੀਡੀਓ ਤੁਸੀਂ ਭੇਜ ਸਕਦੇ ਹੋ। ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ WhatsApp ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ। ਇਹ ਉਹੀ ਪੁਲਿਸ ਕਮਿਸ਼ਨਰ ਨੇ ਪਿਛਲੇ ਦਿਨੀ ਜਦੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਭਾਰੀ ਮੀਂਹ ਪਿਆ ਸੀ ਤਾਂ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਖੜੇ ਪਾਣੀ ਦੇ ਵਿੱਚ ਨੰਗੇ ਪੈਰੀਂ ਇਹ ਗਸ਼ਤ ਕਰਦੇ ਰਹੇ ਸੀ। ਪੁਲਿਸ ਟੀਮ ਨੂੰ ਨਾਲ ਲੈ ਕੇ ਥਾਂ-ਥਾਂ ਤੇ ਪੁਲਿਸ ਕਰਮੀ ਜਿਹੜੇ ਤੈਨਾਤ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਸੀ ਕਿ ਮੀਂਹ ਦੇ ਵਿੱਚ ਵੀ ਤੁਸੀਂ ਲੋਕਾਂ ਦੀ ਮਦਦ ਕਿਵੇਂ ਕਰਨੀ ਹੈ। ਅਗਲੀ ਖਬਰ ਵੀ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਹੈ, ਜਿੱਥੇ ਇਤਿਹਾਸਿਕ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਵਿਰੋਧ ਲਗਾਤਾਰ ਜਾਰੀ ਹੈ। ਜਲਿਆਂਵਾਲਾ ਬਾਗ ਦੇ ਵਿੱਚ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮ ਦੌਰਾਨ ਇਥੋਂ ਦੇ ਅਸਲ ਸਰੂਪ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੈ ਉਸ ਦੇ ਰੋਸ ਦੇ ਵਿੱਚ ਜਨਤਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਿਆਸੀ ਜਥੇਬੰਦੀਆਂ ਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਸਾਂਝੇ ਰੂਪ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇੱਥੇ ਅਸਲ ਰੂਪ ਵਿੱਚ ਕੀਤੇ ਗਏ ਬਦਲਾਅ ਨੂੰ ਰੱਦ ਕਰਦਿਆਂ ਇਸ ਨੂੰ ਪਹਿਲਾਂ ਵਾਲਾ ਰੂਪ ਦੇਣ ਦੀ ਮੰਗ ਕੀਤੀ। ਵੱਡੀ ਗਿਣਤੀ ਵਿੱਚ ਲੋਕ ਇੱਥੇ ਇਕੱਠੇ ਹੋਏ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸੱਦਾ ਦਿੱਤਾ ਸੀ ਹੈਰੀਟੇਜ ਸਟਰੀਟ ਦੇ ਵਿੱਚ ਜਲਿਆਂਵਾਲਾ ਬਾਗ ਤੱਕ ਮਾਰਚ ਕੱਢਿਆ, ਪਰ ਇੱਥੇ ਪੁਲਿਸ ਨੇ ਬੈਰੀਕੇਡ ਲਾ ਕੇ ਇਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਸੀ ਤੇ ਇੱਥੇ ਹੀ ਧਰਨੇ ਤੇ ਬਹਿ ਗਏ ਸੀ। ਪੁਲਿਸ ਨੇ ਦੱਸਿਆ ਕਿ ਹੱਦ ਦੇ ਅੰਦਰ, ਜਲਿਆਂਵਾਲਾ ਬਾਗ ਦੀ ਹੱਦ ਦੇ ਅੰਦਰ ਦਫਾ 144 ਹੈ ਜਿਹੜੀ ਉਹ ਲਾਈ ਹੋਈ ਹੈ। ਹਾਲਾਂਕਿ ਉਸੇ ਦਿਨ ਖਬਰ ਮਿਲੀ ਸੀ ਕਿ ਦਫਾ 144 ਹਟਾ ਦਿੱਤੀ ਗਈ ਹੈ, ਪਰ ਹੁਣ ਫਿਰ ਪੁਲਿਸ ਨੇ ਕਿਹਾ ਕਿ ਦਫਾ 144 ਲਾਗੂ ਹੈ। ਬੁਲੇਟਿਨ ਦੇ ਵਿੱਚ ਕੁਝ ਖਬਰਾਂ ਸਿਆਸਤ ਦੇ ਨਾਲ ਜੁੜੀਆਂ ਦੱਸਦੇ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਕੋਲ ਪੈਸੇ ਦੀ ਘਾਟ ਹੈ, ਇਸ ਕਰਕੇ ਲੋਕਾਂ ਨੂੰ ਜੇਬਾਂ ਢਿੱਲੀਆਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇੱਕ ਅਪੀਲ ਜਾਰੀ ਕਰਕੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਖੁੱਲ੍ਹ ਕੇ ਦਾਨ ਕਰਨ ਲਈ ਕਿਹਾ। ਪਾਰਟੀ ਨੇ ਕਿਹਾ ਕਿ 2022 ਵਿਧਾਨ ਸਭਾ ਚੋਣਾਂ ਲੜਨ ਦੇ ਲਈ ਸਾਡੇ ਕੋਲ ਪੈਸੇ ਨਹੀਂ ਹੈਗੇ। ਸਿਆਸਤ ਵਿੱਚ ਇਮਾਨਦਾਰ ਅਤੇ ਸਹੀ ਅਕਸ ਵਾਲੇ ਲੋਕਾਂ ਨੂੰ ਲਿਆਉਣ ਲਈ ਰਲ ਕੇ ਹੰਬਲਾ ਮਾਰੋ, ਇਹ ਲੋਕਾਂ ਨੂੰ ਅਪੀਲ ਜਿਹੜੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਨੇ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਜੇਬਾਂ ਢਿੱਲੀਆਂ ਕਰਨ ਦੇ ਲਈ ਕਿਹਾ ਗਿਆ।
2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ ਗਈ ਸੀ ਤੇ ਉਦੋਂ ਲੋਕਾਂ ਨੇ ਕਰੋੜਾਂ ਰੁਪਏ ਆਮ ਆਦਮੀ ਪਾਰਟੀ ਤੋਂ ਵਾਰ ਦਿੱਤੇ ਸੀ। ਉਦੋਂ ਇਹ ਵੀ ਖਬਰਾਂ ਮਿਲੀਆਂ ਸੀ ਕਿ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨਿਤਰਨ ਵਾਲੇ ਉਮੀਦਵਾਰਾਂ ਨੇ ਆਪਣੇ ਘਰ ਨੇ ਜਿਹੜੇ ਉਹ ਭਰ ਲਏ ਸੀ। ਪਰ ਇਹਨਾਂ 5 ਸਾਲਾਂ ਦੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਜਿਹੜੇ NRI ਪੰਜਾਬੀ ਨੇ ਉਹ ਵੀ ਇਸ ਵਾਰੀ ਪਾਰਟੀ ਤੋਂ ਪਾਸਾ ਵੱਟ ਗਏ ਨੇ। ਤੇ ਹੁਣ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੋਣ ਲੜਨ ਦੇ ਲਈ ਤਕੜੇ ਜੁਗਾੜੂ ਮੰਨੇ ਜਾਂਦੇ ਨੇ, ਜਿਵੇਂ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮੰਨੇ ਜਾਂਦੇ ਰਹੇ ਨੇ। ਵਿਧਾਨ ਸਭਾ ਦੀਆਂ ਪਿਛਲੀਆਂ 3 ਚੋਣਾਂ ਦੇ ਵਿੱਚ 2 ਵਾਰੀ ਦਾ ਮਾਰ ਗਏ ਸੀ। ਹਾਲਾਂਕਿ ਉਹਨਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੀ ਉਹਨਾਂ ਚੋਣਾਂ ਦੇ ਵਿੱਚ ਵੱਡਾ ਯੋਗਦਾਨ ਰਿਹਾ ਹੈ। ਹੁਣ ਸੁਖਬੀਰ ਦੇ ਸਾਹਮਣੇ ਜਿਹੜੀ ਚੁਣੌਤੀ ਹੈ, ਪਿਛਲੀ ਚੁਣੌਤੀ ਦੇ ਵਿੱਚ ਤਾਂ ਸੁਖਬੀਰ ਫੇਲ ਹੋ ਗਏ ਸੀ, ਐਤਕੀ ਪੂਰੇ ਹੱਥ ਪੈਰ ਮਾਰ ਰਹੇ ਨੇ ਤੇ ਉਹ ਇੱਕ ਗਿਣੀ ਮਿਥੀ ਨੀਤੀ ਦੇ ਤਹਿਤ ਅਗਲੀਆਂ ਚੋਣਾਂ ਦੇ ਲਈ ਸ਼ੁਰੂ ਕੀਤਾ ਚੋਣ ਪ੍ਰਚਾਰ ਰੋਕਣਾ ਨਹੀਂ ਚਾਹੁੰਦੇ। ਕਿਸਾਨਾਂ ਨੇ ਕਿਹਾ ਹੈ ਕਿ ਤੁਸੀਂ ਰੈਲੀਆਂ ਨਾ ਕਰੋ, ਪਰ ਹੁਣ ਸਰਗਰਮੀਆਂ ਨੇ ਜਿਹੜੀਆਂ ਸਿਆਸੀ ਉਹਨਾਂ ਦਾ ਟਰੈਕ ਬਦਲ ਦਿੱਤਾ ਸੁਖਬੀਰ ਬਾਦਲ ਨੇ। ਕਿਸਾਨਾਂ ਨੇ ਜਦੋਂ ਪਾਰਟੀ ਦੀਆਂ ਰੈਲੀਆਂ ਤੇ ਰੋਕ ਲਾ ਦਿੱਤੀ ਹੈ ਤਾਂ ਸੁਖਬੀਰ ਬਾਦਲ ਨੇ 64 ਉਮੀਦਵਾਰਾਂ ਦਾ ਐਲਾਨ ਕਰਕੇ ਸਰਗਰਮੀਆਂ ਜਾਰੀ ਰੱਖਣ ਦਾ ਇੱਕ ਨਵਾਂ ਰਾਹ ਲੱਭ ਲਿਆ ਤੇ ਇਹਨਾਂ ਦੇ ਵਿੱਚ ਪਹਿਲਾਂ ਐਲਾਨੇ ਗਏ ਉਮੀਦਵਾਰ ਜਿਹੜੇ ਨੇ ਉਹ ਸ਼ਾਮਿਲ ਨੇ। ਪਰ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਵਿੱਚ ਸੁਖਬੀਰ ਬਾਦਲ ਦਾ ਨਾਮ ਤਾਂ ਹੈਗਾ, ਜਿਹੜੇ ਜਲਾਲਾਬਾਦ ਤੋਂ ਚੋਣ ਲੜਨਗੇ, ਪਰ ਜਿਹੜੇ ਹੈਗੇ ਨੇ ਮਜੀਠੀਆ ਪਰਿਵਾਰ ਸਮੇਤ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਡੇ ਉਮੀਦਵਾਰਾਂ ਦੇ ਨਾਮ ਹਜੇ ਰੋਕ ਕੇ ਰੱਖੇ ਗਏ ਨੇ। ਵਿਰੋਧੀ ਪਾਰਟੀਆਂ ਦੇ ਮੁੱਖ ਉਮੀਦਵਾਰਾਂ ਦੇ ਵਿਰੁੱਧ ਵੀ ਉਮੀਦਵਾਰ ਹਾਲੇ ਖੜੇ ਕਰਨ ਦਾ ਐਲਾਨ ਨਹੀਂ ਕੀਤਾ ਗਿਆ। ਸ਼ਾਇਦ ਹਾਲ ਦੀ ਘੜੀ ਆਪਣੇ ਬੋਝੇ ਦੇ ਰਾਜੇ, ਰਾਣੀਆਂ, ਵਜ਼ੀਰ ਤੇ ਘੋੜੇ ਸਾਂਭ ਕੇ ਰੱਖਣਾ ਚਾਹੁੰਦੇ ਨੇ ਸੁਖਬੀਰ ਬਾਦਲ। ਦੇਖ ਰਹੇ ਨੇ ਕਿ ਵਿਰੋਧੀ ਉਮੀਦਵਾਰ ਇਹਨਾਂ ਸੀਟਾਂ ਤੋਂ ਕਿਹੜੇ ਨਾਵਾਂ ਦੀ ਚੋਣ ਕਰਦੀ ਹੈ ਤੇ ਇਸੇ ਹਿਸਾਬ ਨਾਲ ਸ਼ਾਇਦ ਸੁਖਬੀਰ ਪੱਤੇ ਖੋਲਣਗੇ। ਤੇ ਜਿੰਨੀਆਂ 64 ਸੀਟਾਂ ਲਾਨੀਆਂ ਨੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਹੀ ਔਰਤ ਉਮੀਦਵਾਰ ਨੂੰ ਸੀਟ ਦਿੱਤੀ ਗਈ ਹੈ, ਵਨਿੰਦਰ ਕੌਰ ਲੂੰਬਾ। ਤੋਤਾ ਸਿੰਘ ਤੇ ਉਹਨਾਂ ਦੇ ਬੇਟੇ ਨੂੰ ਟਿਕਟਾਂ ਦੇਣ ਦਾ ਜਿਹੜਾ ਫੈਸਲਾ ਹੈ ਉਹ ਜ਼ਰੂਰ ਵਿਵਾਦਾਂ ਦੇ ਵਿੱਚ ਘਿਰ ਗਿਆ, ਕਿਉਂਕਿ ਸੁਖਬੀਰ ਨੇ ਇੱਕ ਪਰਿਵਾਰ ਇੱਕ ਸੰਵਿਧਾਨ ਲਾਗੂ ਕੀਤਾ ਸੀ, ਪਰ ਇੱਥੇ ਇੱਕ ਪਰਿਵਾਰ ਦੇ 2 ਜਣਿਆਂ ਨੂੰ ਟਿਕਟ ਦਿੱਤੀ ਗਈ ਹੈ। ਹਾਲਾਂਕਿ ਸਿਕੰਦਰ ਸਿੰਘ ਮਲੂਕਾ ਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ, ਪਰ ਦਬਾ ਦਿੱਤੀ ਗਈ ਆਵਾਜ਼। ਨੌਜਵਾਨ ਉਮੀਦਵਾਰਾਂ ਦੇ ਵਿੱਚ ਬੰਟੀ ਰੁਮਾਣਾ, ਸਾਹਿਬ ਸਿੰਘ ਸਾਬੀ, ਮੱਖਣ ਬਰਾੜ, ਵਰਦੇਵ ਮਾਨ ਬੋਨੀ ਤੇ ਗੁਲਜ਼ਾਰੀ ਦੇ ਨਾਂ ਨੇ ਜਿਹੜੇ ਉਹ ਐਲਾਨੇ ਗਏ ਨੇ। ਤੇ ਇਸ ਵਾਰੀ ਪਾਰਟੀ ਦਾ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਹੈ। 20 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਨੇ ਤੇ ਜਿਹੜੀਆਂ 90 ਤੋਂ ਵੱਧ ਸੀਟਾਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਣੀਆਂ ਨੇ। ਹੁਣ ਸਿਰਫ 33 ਸੀਟਾਂ ਦਾ ਐਲਾਨ ਕਰਨਾ ਬਾਕੀ ਰਹਿ ਗਿਆ। ਤੇ ਜਿਹੜੇ ਬਜ਼ੁਰਗ ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਹੈਗੇ ਨੇ ਉਹਨਾਂ ਦੇ ਚੋਣ ਲੜਨ ਬਾਰੇ ਵੀ ਹਾਲੇ ਭੇਦ ਬਣਿਆ ਹੋਇਆ। ਸਮਝਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹਾਲ ਦੀ ਘੜੀ ਰਿਜ਼ਰਵ ਦੇ ਤੌਰ ਤੇ ਰੱਖਿਆ ਗਿਆ, ਯਾਨੀ ਕਿ ਚੋਣ ਲੜਨਗੇ ਜਾਂ ਫਿਰ ਨਹੀਂ, ਇਸ ਬਾਰੇ ਕੁਝ ਪਤਾ ਨਹੀਂ। ਪਰ ਪਿਛਲੇ ਕਈ ਦਹਾਕਿਆਂ ਤੋਂ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਨੇ, ਕਦੇ ਵੀ ਚੋਣ ਹਾਰੇ ਨਹੀਂ। 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਕੇ ਰਿਕਾਰਡ ਬਣਾ ਚੁੱਕੇ ਨੇ। ਸੋ ਬਾਦਲ ਦਾ ਚੋਣਾਂ ਨੂੰ ਲੈ ਕੇ ਬਸ ਇੰਨਾ ਹੀ ਕਹਿਣਾ ਹੈ ਵੱਡੇ ਬਾਦਲ ਦਾ ਕਿ ਸਮਾਂ ਆਉਣ ਤੇ ਢੁਕਵਾਂ ਫੈਸਲਾ ਲਵਾਂਗੇ। ਤੇ ਆਮ ਆਦਮੀ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਕੈਪਟਨ ਨੂੰ ਚਿੱਠੀਆਂ ਲਿਖਣ ਦੀ ਡਰਾਮੇਬਾਜ਼ੀ ਛੱਡ ਦੇਣ, ਜ਼ਿੰਮੇਵਾਰ ਲੀਡਰ ਵਾਲੀ ਭੂਮਿਕਾ ਨਿਭਾਉਣ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਸਿੱਧੂ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਮਸਲਿਆਂ ਬਾਰੇ ਜਿਹੜੀ ਚਿੱਠੀ ਲਿਖੀ ਗਈ ਹੈ ਉਸ ਨੂੰ ਇੱਕ ਖਬਰੀ ਸਟੰਟ ਦੱਸਦੇ ਹੋਏ ਕਿਹਾ ਕਿ ਕਾਂਗਰਸੀ ਲੀਡਰ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਇੰਜ ਕਰ ਰਹੇ ਨੇ ਜਿਵੇਂ ਵਿਰੋਧੀ ਧਿਰ ਦੇ ਵਿੱਚ ਹੋਣ। ਜੇ ਉਹਨਾਂ ਨੇ ਕੈਪਟਨ ਨਾਲ ਗੱਲਬਾਤ ਕਰਨੀ ਹੈ ਤਾਂ ਜਾ ਕੇ ਮਿਲ ਲੈਣ ਜਾਂ ਫੋਨ ਤੇ ਗੱਲਬਾਤ ਕਰ ਲੈਣ। ਇਸ ਤਰ੍ਹਾਂ ਚਿੱਠੀ ਲਿਖਣ ਦਾ ਕੀ ਮਤਲਬ ਬਣਦਾ ਹੈ? ਚੀਮਾ ਨੇ ਕਿਹਾ ਕਿ ਸਿੱਧੂ ਨੂੰ ਹੁਣ ਚਿੱਠੀ ਦੀ ਖੇਡ ਬੰਦ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਦਿਆਂ ਨੂੰ ਆਪਣੀ ਸਰਕਾਰ ਕੋਲੋਂ ਗੰਭੀਰਤਾ ਦੇ ਨਾਲ ਹੱਲ ਕਰਵਾਉਣਾ ਚਾਹੀਦਾ ਹੈ ਤੇ ਪ੍ਰਧਾਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਹੀ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ। ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬੀਜੇਪੀ ਲੀਡਰਾਂ ਨੂੰ ਕਿਹਾ ਹੈ ਕਿ ਜਿਹੜਾ ਤੁਸੀਂ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀਆਂ ਕਰ ਰਹੇ ਹੋ ਉਹਨਾਂ ਦੇ ਨਤੀਜੇ ਤੁਸੀਂ ਪਹਿਲਾਂ ਹੀ ਭੁਗਤ ਰਹੇ ਹੋ ਤੇ ਹੋਰ ਵੀ ਤਿੱਖੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ। ਬੀਜੇਪੀ ਲੀਡਰਾਂ ਦੇ ਵੱਲੋਂ ਕਿਸਾਨ ਵਿਰੋਧੀ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਉਸ ਤੇ ਚੰਦੂ ਮਾਜਰਾ ਨੇ ਕਿਹਾ ਕਿ ਕਿਸੇ ਵੱਲੋਂ ਦਿੱਤੇ ਗਏ ਸ਼ਬਦਾਂ ਦੇ ਜ਼ਖਮ ਨੇ ਜਿਹੜੇ ਉਹ ਤਲਵਾਰ ਦੇ ਨਾਲੋਂ ਵੀ ਡੂੰਘੇ ਹੁੰਦੇ ਨੇ ਤੇ ਇਹ ਲੋਕ ਨੇ ਜਿਹੜੇ ਉਹ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨਾ ਚਾਹੁੰਦੇ ਨੇ। ਪੰਜਾਬ ਦੇ ਜ਼ਮੀਨ ਹੇਠਲੇ ਘਟ ਰਹੇ ਪਾਣੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਨੇ 4 ਮਾਰਚ 2021 ਨੂੰ ਇੱਕ ਕਮੇਟੀ ਬਣਾਈ ਸੀ ਜਿਸ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਦੇ ਚੇਅਰਮੈਨ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਣੀ ਦੀ ਸੰਭਾਲ ਦਾ ਪ੍ਰਬੰਧ ਇੱਕ ਮਹਿਕਮੇ ਦੇ ਕੋਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 27% ਨਹਿਰੀ ਪਾਣੀ ਹੈ ਤੇ ਬਾਕੀ ਜ਼ਮੀਨ ਚੋਂ ਕੱਢਿਆ ਜਾ ਰਿਹਾ ਹੈ। डिमांड ते सप्लाई का ऑडिट होना चाहिए है। धरती हेठले पानी की रिचार्जिंग पूरी नहीं हो रही, इस बारे भी स्टडी होनी चाहिए है, अध्ययन होना चाहिए है। प्रदूषित हो रहे पानी जिवें कि बुढ़े नाले की भी स्टडी होनी चाहिए है। पानी की खपत किवें घटाई जाए, सूबे अंदर खेतीबाड़ी जोनां के हिसाब दे नाल ਇਹ ਜਿਹੜੀ ਪਾਣੀ ਦੀ ਖਪਤ ਹੋਣੀ ਚਾਹੀਦੀ ਹੈ। ਮਾਈਕਰੋ ਸਿੰਚਾਈ ਸਿਸਟਮ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਹੈ। ਰਾਣਾ ਗੁਰਜੀਤ ਸਿੰਘ ਉਹੀ ਕਾਂਗਰਸ ਦੇ ਵਿਧਾਇਕ ਨੇ ਜਿਹੜੇ ਕਿ ਕੈਪਟਨ ਸਰਕਾਰ ਦੇ, ਕੈਪਟਨ ਸਾਹਿਬ ਦੇ ਕਹਿ ਲਈਏ,
ਖਾਸਮ ਖਾਸ ਮੰਤਰੀ ਸੀਗੇ, ਪਰ ਵਿਵਾਦਾਂ ਦੇ ਵਿੱਚ ਘਿਰ ਜਾਣ ਕਾਰਨ ਇਹਨਾਂ ਨੂੰ ਬਿਜਲੀ ਮੰਤਰਾਲਾ ਛੱਡਣਾ ਪਿਆ ਸੀ। ਕੈਪਟਨ ਸਰਕਾਰ ਨੇ ਪੰਜਾਬ ਦੇ ਵਿੱਚ ਬਹਾਦਰੀ ਵਿਸ਼ੇਸ਼ ਸੇਵਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਹਨਾਂ ਦੀਆਂ ਵਿਧਵਾਵਾਂ ਅਤੇ ਮਰਨ ਤੋਂ ਬਾਅਦ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀਆਂ ਵਿਧਵਾਵਾਂ ਜਾਂ ਰਿਸ਼ਤੇਦਾਰਾਂ ਦੇ ਮਹੀਨਾਵਾਰ ਭੱਤੇ ਦੇ ਵਿੱਚ 80% ਦਾ ਵਾਧਾ ਕੀਤਾ ਹੈ। ਵੱਡਾ ਵਾਧਾ ਕੀਤਾ ਗਿਆ ਹੈ। ਰੱਖਿਆ ਸੇਵਾਵਾਂ ਭਲਾਈ ਵਿਭਾਗ ਨੇ ਦੱਸਿਆ ਕਿ ਬਹਾਦਰੀ ਅਤੇ ਵਿਸ਼ੇਸ਼ ਪੁਰਸਕਾਰਾਂ ਦੇ ਕੁੱਲ 2044 ਜੇਤੂਆਂ ਦੇ ਵਿੱਚੋਂ ਪਰਮਵੀਰ ਚੱਕਰ ਜੇਤੂਆਂ ਦਾ ਭੱਤਾ 23,100 ਰੁਪਏ ਤੋਂ ਵਧਾ ਕੇ 41,580 ਰੁਪਏ ਕਰ ਦਿੱਤਾ ਗਿਆ। 6 ਅਸ਼ੋਕ ਚੱਕਰ ਪੁਰਸਕਾਰ ਅਵਾਰਡੀਆਂ ਨੂੰ 18,480 ਰੁਪਏ ਦੀ ਬਜਾਏ ਹੁਣ 33,264 ਰੁਪਏ ਮਹੀਨਾਵਾਰ ਭੱਤਾ ਮਿਲੇਗਾ। 11 ਮਹਾਵੀਰ ਚੱਕਰ ਪੁਰਸਕਾਰ ਅਵਾਰਡੀਆਂ ਨੂੰ ਹੁਣ 17,556 ਰੁਪਏ ਦੀ ਥਾਂ ਤੇ 31,601 ਰੁਪਏ ਮਿਲਣਗੇ। ਇਸੇ ਤਰ੍ਹਾਂ 24 ਕੀਰਤੀ ਚੱਕਰ ਜੇਤੂਆਂ ਦਾ ਮਾਸਿਕ ਭੱਤਾ ਵੀ 13,860 ਤੋਂ ਵਧਾ ਕੇ 24,948 ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵੀਰ ਚੱਕਰ ਪੁਰਸਕਾਰ ਅਵਾਰਡੀਆਂ ਦਾ ਵੀ ਭੱਤਾ ਵਧਾ ਦਿੱਤਾ ਗਿਆ ਹੈ। ਸ਼ੌਰੀਆ ਚੱਕਰ ਹੋਣ ਪ੍ਰਾਪਤ ਜਾਂ ਫਿਰ ਜਿਹੜੇ ਵੀ ਇਹ ਬਹਾਦਰੀ ਵਾਲੇ ਪੁਰਸਕਾਰ ਜੇਤੂ ਹੈਗੇ ਨੇ, ਉਹਨਾਂ ਸਾਰਿਆਂ ਦਾ ਭੱਤਾ 80% ਵਧਾ ਦਿੱਤਾ ਗਿਆ ਹੈ, ਜਿਹੜਾ ਇੱਕ ਵੱਡਾ ਵਾਧਾ ਹੈ। ਤਰਨਤਾਰਨ ਦੇ ਪੱਟੀ ਤੋਂ ਖਬਰ ਹੈ, ਜਿੱਥੇ ਸ਼ਹਿਰ ਦੇ ਲਾਹੌਰ ਰੋਡ ਤੇ ਆਪਣੀ ਦੁਕਾਨ ਖੋਲ ਰਹੇ ਇੱਕ ਵਿਅਕਤੀ ਤੇ ਕਾਰ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ। ਹਮਲੇ ਵਿੱਚ ਦੁਕਾਨਦਾਰ ਜ਼ਖਮੀ ਹੋ ਗਿਆ। ਦੁਕਾਨਦਾਰ ਦੀ ਪਛਾਣ ਅਮਰੀਕ ਫਰਨੀਚਰ ਹਾਊਸ ਦੇ ਮਾਲਕ ਬਲਵਿੰਦਰ ਸਿੰਘ ਵਜੋਂ ਹੋਈ ਹੈ। ਦੁਕਾਨਦਾਰ ਨੂੰ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਤੇ 6 ਗੋਲੀਆਂ ਚਲਾਈਆਂ, ਜਿਨ੍ਹਾਂ ਦੇ ਵਿੱਚੋਂ 2 ਉਸ ਤੇ ਪੈਰ ਤੇ ਵੱਜੀਆਂ ਤੇ ਸੀਸੀਟੀਵੀ ਦੀ ਮਦਦ ਰਾਹੀਂ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਦੇ ਵਿੱਚ ਲੱਗੀ ਹੋਈ ਹੈ। ਪੰਜਾਬ ਦੇ ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8,393 ਅਸਾਮੀਆਂ ਕੱਢੀਆਂ ਨੇ। ਉਮੀਦਵਾਰਾਂ ਤੋਂ 11 ਅਕਤੂਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਨੇ। ਯੋਗ ਉਮੀਦਵਾਰ www.educationrecruitmentboard.com ਤੇ ਅਪਲਾਈ ਕਰ ਸਕਦੇ ਨੇ। ਸਿੱਖਿਆ ਵਿਭਾਗ ਦੇ ਵੱਲੋਂ ਪਹਿਲਾਂ ਵੀ ਇਹਨਾਂ ਅਸਾਮੀਆਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਪਰ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਦੇ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਗਿਆ। ਕੱਚੇ ਅਧਿਆਪਕ ਯੂਨੀਅਨ ਦੇ ਸੰਘਰਸ਼ ਮੂਹਰੇ ਝੁਕਦਿਆਂ ਸਰਕਾਰ ਨੇ ਇਹਨਾਂ ਅਸਾਮੀਆਂ ਭਰਤੀ ਨਿਯਮਾਂ ਵਿੱਚ ਸੋਧ ਕੀਤੀ ਤੇ ਹੁਣ ਨਵੇਂ ਸਿਰੇ ਤੋਂ ਨੋਟੀਫਿਕੇਸ਼ਨ ਹੈ ਜਿਹੜਾ ਉਹ ਕੱਢਿਆ ਹੈ ਤੇ ਅਧਿਆਪਕਾਂ ਦੇ ਸੰਘਰਸ਼ ਕਰਕੇ ਪਹਿਲਾਂ ਵਾਲੀਆਂ ਅਸਾਮੀਆਂ ਰੱਦ ਕਰ ਦਿੱਤੀਆਂ ਗਈਆਂ ਸੀ, ਕਿਉਂਕਿ ਉਹਨਾਂ ਦੇ ਨਿਯਮ ਅਧਿਆਪਕਾਂ ਨੂੰ ਮਨਜ਼ੂਰ ਨਹੀਂ ਸਨ ਤੇ ਹੁਣ 8,393 ਅਸਾਮੀਆਂ ਦੇ ਲਈ ਮੁੜ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਤੇ ਹੁਣ ਜਦੋਂ ਇਹਨਾਂ ਅਸਾਮੀਆਂ ਦੀ ਮੰਗ ਕੀਤੀ ਗਈ ਹੈ ਤਾਂ ਹੋ ਸਕਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬਾਹਰ ਕੱਚੇ ਮੁਲਾਜ਼ਮਾਂ ਦਾ ਜਿਹੜਾ ਧਰਨਾ ਚੱਲ ਰਿਹਾ ਹੈ ਉਹ ਜਲਦੀ ਚੁੱਕ ਦਿੱਤਾ ਜਾਵੇ। ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕਾਰਗੋ ਕੰਪਲੈਕਸ ਨੂੰ ਇਸ ਨਵੰਬਰ ਤੋਂ ਚਾਲੂ ਕਰ ਦਿੱਤਾ ਜਾਏਗਾ, ਯਾਨੀ ਕਿ ਨਵੰਬਰ 2021 ਤੋਂ, ਜਦਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਬਸੀ ਪਠਾਣਾ ਵਿੱਚ ਇੱਕ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਨੂੰ 1 ਮਹੀਨੇ ਦੇ ਅੰਤ ਤੱਕ ਖੋਲ ਦਿੱਤਾ ਜਾਏਗਾ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦਿੱਲੀ ਦੇ ਬਾਰਡਰਾਂ ਤੇ ਜਿਹੜੇ ਮੋਰਚੇ ਲੱਗੇ ਹੋਏ ਨੇ ਕਿਸਾਨਾਂ ਦੇ, ਉੱਥੇ ਕਬੱਡੀ ਦੇ ਵੱਡੇ ਮੁਕਾਬਲੇ ਕਰਵਾਏ ਜਾਣਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਉੱਤੇ 22, 23, 24, 25 ਤੇ 26 ਸਤੰਬਰ ਨੂੰ ਦਿੱਲੀ ਮੋਰਚਾ ਕਬੱਡੀ ਲੀਗ ਕਰਵਾਈ ਜਾ ਰਹੀ ਹੈ। ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਇਸ ਦੀ ਖਾਸ ਜਾਣਕਾਰੀ ਦਿੱਤੀ ਹੈ। ਇਹਦੇ ਲਈ ਇੱਕ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਕਿਸਾਨ ਮੋਰਚੇ ਦੇ ਆਗੂ, ਕਬੱਡੀ ਖਿਡਾਰੀਆਂ ਦੇ ਵੱਲੋਂ ਟੋਨੀ ਸੰਧੂ ਸ਼ਾਮਿਲ ਹੋਣਗੇ ਤੇ ਲੱਖਾਂ ਦੇ ਇਨਾਮ ਨੇ ਜਿਹੜੇ ਉਹ ਜੇਤੂਆਂ ਨੂੰ ਦਿੱਤੇ ਜਾਣਗੇ। ਵੱਡਾ ਇਨਾਮ ਹੈ ਜਿਹੜਾ ਉਹ 5 ਲੱਖ ਦਾ ਹੋਏਗਾ। ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ 24,699 ਪੋਲਿੰਗ ਬੂਥ ਬਣਾਏ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 1200 ਦੀ ਆਬਾਦੀ ਪਿੱਛੇ ਇੱਕ ਬੂਥ ਹੈ ਜਿਹੜਾ ਉਹ ਬਣਾਇਆ ਜਾਏਗਾ। ਪੰਜਾਬ 'ਚ ਇਸ ਵਕਤ 37,576 ਵੀਵੀਪੈਟ ਮਸ਼ੀਨਾਂ, 34,942 ਕੰਟਰੋਲ ਯੂਨਿਟ ਅਤੇ 45,136 ਚੋਣ ਬਕਸੇ ਯਾਨੀ ਕਿ ਬੈਲਟ ਬਾਕਸ ਨੇ। ਕੋਵਿਡ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਬੂਥ ਤੇ ਵੋਟਾਂ ਪਾਉਣ ਵਾਲੇ ਵੋਟਾਂ ਦੀ ਕੁੱਲ ਗਿਣਤੀ ਘਟਾ ਕੇ 1400 ਤੋਂ 1200 ਕਰ ਦਿੱਤੀ ਗਈ ਹੈ। ਪਹਿਲਾਂ 1400 ਪਾ ਸਕਦੇ ਸੀ ਤੇ ਇਹਨਾਂ ਵੋਟਾਂ ਦੇ ਲਈ ਬੂਥਾਂ ਤੇ ਕਰੋਨਾ ਤੋਂ ਬਚਾਅ ਲਈ ਪੀਪੀ ਕਿਟਾਂ, ਦਸਤਾਨੇ ਤੇ ਮਾਸਕ ਦਾ ਪ੍ਰਬੰਧ ਹੈ ਜਿਹੜਾ ਉਹ ਖਾਸ ਤੌਰ ਤੇ ਕੀਤਾ ਜਾਏਗਾ। ਹਿਮਾਚਲ ਤੋਂ ਇੱਕ ਖਬਰ ਦੱਸ ਦਿੰਦੇ ਹਾਂ, ਜਿੱਥੇ ਚੰਬਾ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਸਵੇਰੇ ਇੱਕ ਘਰ ਦੇ ਵਿੱਚ ਅੱਗ ਲੱਗਣ ਕਾਰਨ 4 ਜੀ ਸੜ ਕੇ ਸੁਆਹ ਹੋ ਗਏ। ਇਸ ਦੀ ਜਾਣਕਾਰੀ ਸੂਬਾਈ ਆਫਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦਿੱਤੀ ਹੈ ਤੇ ਉਹਨਾਂ ਮ੍ਰਿਤਕਾਂ ਦੀ ਪਛਾਣ ਵੀ ਦੱਸੀ ਹੈ। ਰਫੀ ਮੁਹੰਮਦ ਸਿਰਫ 25 ਸਾਲ ਦੀ ਉਮਰ ਸੀ। 3 ਬੱਚੇ ਸੀ, ਨਿੱਕੇ ਨਿੱਕੇ 4 ਸਾਲ, 2 ਸਾਲ ਤੇ 2 ਸਾਲ ਦੇ ਤੇ ਇੱਕ ਜਿਹੜੀ ਘਰ ਵਾਲੀ ਸੀਗੀ ਉਹ ਇਸ ਹਾਦਸੇ ਵਿੱਚ ਝੁਲਸ ਗਈ ਹੈ, ਹਾਲਾਂਕਿ ਜ਼ਖਮੀ ਹੈ। ਪੰਜਾਬ ਦੀਆਂ ਇਹਨਾਂ ਖਾਸ ਖਬਰਾਂ ਦੇ ਵਿੱਚ ਕੈਨੇਡਾ ਦੀ ਗੱਲ ਵੀ ਤੁਹਾਨੂੰ ਦੱਸ ਦਿੰਦੇ ਹਾਂ। ਕੈਨੇਡਾ ਦੇ ਵਿੱਚ 20 ਸਤੰਬਰ ਨੂੰ ਵੋਟਾਂ ਪੈਣਗੀਆਂ। 44ਵੇਂ ਹਾਊਸ ਆਫ ਕਾਮਨਸ ਦੀਆਂ ਵੋਟਾਂ ਦੇ ਵਿੱਚ ਇਸ ਵਾਰੀ
ਪੰਜਾਬਣਾਂ ਨੇ ਜਿਹੜੀਆਂ ਉਹਨਾਂ ਨੇ ਵੀ ਪੂਰੀ ਪੈਂਠ ਬਣਾਈ ਹੋਈ ਹੈ। 47 ਪੰਜਾਬੀ ਉਮੀਦਵਾਰਾਂ ਦੇ ਵਿੱਚੋਂ 23 ਪੰਜਾਬਣਾਂ ਨੇ ਹਾਊਸ ਆਫ ਕਾਮਨ ਦੀਆਂ 338 ਸੀਟਾਂ ਦੇ ਲਈ ਵੋਟਾਂ ਪੈਣਗੀਆਂ ਤੇ ਕੈਲਗਰੀ ਸਕਾਈ ਵਿਊ ਹਲਕੇ ਤੋਂ 4 ਪੰਜਾਬੀ ਮੂਲ ਦੇ ਉਮੀਦਵਾਰ ਚੋਣਾਂ ਲੜ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਜਗਦੀਪ ਕੌਰ ਜੱਗ ਸਹੋਤਾ ਵੀ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਚੋਣ ਲੜ ਰਹੀ ਹੈ। ਇਸੇ ਤਰ੍ਹਾਂ ਬਰੈਂਪਟਨ ਸਾਊਥ ਦੇ ਵਿੱਚ ਤਿਕੋਣਾ ਮੁਕਾਬਲਾ ਬਣਿਆ ਹੋਇਆ ਹੈ। ਇੱਥੇ ਤਿੰਨੇ ਜਿਹੜੇ ਪੰਜਾਬੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਤਿੰਨੇ ਪਾਰਟੀਆਂ ਦੇ ਵੱਲੋਂ। ਕੰਜ਼ਰਵੇਟਿਵ ਦੇ ਵੱਲੋਂ ਰਮਨਜੀਤ ਸਿੰਘ ਬਰਾੜ, ਐਨਡੀਪੀ ਵੱਲੋਂ ਤੇਜਿੰਦਰ ਸਿੰਘ ਤੇ ਲਿਬਰਲ ਪਾਰਟੀ ਦੇ ਵੱਲੋਂ ਪੰਜਾਬਣ ਸੋਨੀਆ ਸਿੱਧੂ। ਇਸ ਦੇ ਨਾਲ ਹੀ ਲਿਬਰਲ ਪਾਰਟੀ ਦੇ ਵੱਲੋਂ ਅਨੀਤਾ ਆਨੰਦ, ਬਰਦੀਸ਼ ਚੱਗਰ, ਅੰਜੂ ਢਿੱਲੋਂ, ਸਵਰੀਨਾ ਗਰੋਵਰ, ਸੋਨੀਆ ਸਿੱਧੂ, ਰੂਬੀ ਸਹੋਤਾ, ਕਮਲ ਖਹਿਰਾ, ਨਵਰੀਨ ਗਿੱਲ, ਲਖਵਿੰਦਰ ਝੱਜ ਤੇ ਗੁਰਨੀਤ ਗਰੇਵਾਲ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਐਨਡੀਪੀ ਨੇ ਵੀ ਟਿਕਟਾਂ ਦਿੱਤੀਆਂ ਨੇ। ਰਾਜਪ੍ਰੀਤ ਕੌਰ, ਰਾਜੀ ਧੂਰ ਅਤੇ ਗੁਰਪ੍ਰੀਤ ਗਿੱਲ ਨੂੰ। ਐਨਡੀਪੀ ਜਗਮੀਤ ਸਿੰਘ ਵਾਲੀ ਪਾਰਟੀ ਹੈ। ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਜਗ ਸਹੋਤਾ, ਟੀਨਾ ਬੈਂਸ, ਮੇਧਾ ਜੋਸ਼ੀ, ਪ੍ਰੀਤੀ ਲਾਂਬਾ, ਇੰਦਰਾ ਬੈਂਸ, ਸੁਖੀ ਜੰਡੂ ਅਤੇ ਜਸਵੀਨ ਰਤਨ ਜਿਹੜੀਆਂ ਉਹ ਟੱਕਰ ਦੇ ਰਹੀਆਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।